ਕਨੈਕਟ ਨਿਊਜ਼ਰੂਮ ਦੇ ਵਿੱਚ ਤੁਹਾਡਾ ਸਵਾਗਤ। ਮੈਂ ਮਨਪ੍ਰੀਤ ਰੰਧਾਵਾ। ਅੱਜ ਸਾਡੇ ਸਟੂਡੀਓ ਦੇ ਵਿੱਚ ਕਰਨਲ ਪੁਸ਼ਪਿੰਦਰ ਸਿੰਘ ਬਾਠ, ਜਿਨ੍ਹਾਂ ਦਾ ਲਗਭਗ 1 ਸਾਲ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਅਸੌਲਟ ਹੋਇਆ ਸੀ, ਕਿਸ ਤਰ੍ਹਾਂ ਉਹਨਾਂ ਦੇ ਮੁੰਡੇ ਤੇ ਅੱਜ ਉਹਨਾਂ ਦੀ ਪਤਨੀ ਜਸਵਿੰਦਰ ਕੌਰ ਬਾਠ, ਜਿਹੜੇ ਪਿਛਲੇ 1 ਸਾਲ ਤੋਂ ਵੀ ਵੱਧ ਦਾ ਹੁਣ ਤਾਂ ਸਮਾਂ ਹੋ ਗਿਆ ਇਹ ਲੜਾਈ ਲੜ ਰਹੇ ਆ, ਹਜੇ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਇਹ ਸਾਰੀਆਂ ਗੱਲਾਂ ਆਪਾਂ ਕਰਾਂਗੇ। ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਜਸਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਾਨੂੰ ਇਹ ਦੱਸੋ ਕਿ ਇਹ 1 ਸਾਲ ਕਿੱਦਾਂ ਦਾ ਰਿਹਾ ਤੁਹਾਡੇ ਨਾਲ, ਜਦੋਂ ਪਰਿਵਾਰ ਦੇ ਨਾਲ ਇੰਨਾ ਹੀ ਵੱਡੀ ਘਟਨਾ ਹੋ ਗਈ ਪਟਿਆਲੇ ਦੇ ਵਿੱਚ, ਉਸ ਤੋਂ ਬਾਅਦ ਇਨਸਾਫ ਲਈ ਤੁਸੀਂ ਅੱਜ ਭਟਕ ਰਹੇ ਹੋ। ਕਿਵੇਂ ਤੁਹਾਨੂੰ ਲੱਗਾ ਕਿ 1 ਸਾਲ ਕਿਸ ਤਰ੍ਹਾਂ ਬੀਤਿਆ? जी 1 साल बहुत स्ट्रगल की है मैं कि ਜਿਹੜੀ ਚੀਜ਼ ਗਲਤ ਹੋ ਰਹੀ ਸੀ, ਸ਼ਾਇਦ ਕਦੇ ਕਹਿੰਦੇ ਨਾ ਜਿਹੜੀ ਚੀਜ਼ ਸਿਰ ਪੈਂਦੀ ਹੈ ਉਹ ਸ਼ਾਇਦ ਰੱਬ ਦੀ ਦਿੱਤੀ ਹੁੰਦੀ ਹੈ। ਵੀ ਹੈਵ ਨੋ ਲਿੰਕਸ ਵਿਦ ਪੰਜਾਬ ਪੁਲਿਸ ਨਾਲ ਜਾਂ ਕੋਰਟਸ ਕਚਹਿਰੀਆਂ ਨਾਲ, ਸਾਡਾ ਕੋਈ ਪਾਲਾ ਨਹੀਂ ਪੈਂਦਾ। ਮਾਈ ਹਸਬੈਂਡ ਵਾਸ ਫਰਮ ਦਾ ਆਰਮੀ, ਆਈ ਐਮ ਡੂਇੰਗ ਅ ਬਿਜ਼ਨਸ। ਸਾਡਾ ਕਦੇ ਨਾ ਮੈਂ ਅੱਜ ਤੱਕ ਪੁਲਿਸ ਸਟੇਸ਼ਨ ਗਈ ਤੇ ਨਾ ਕਦੇ ਕਚਹਿਰੀਆਂ। ਓਕੇ। ਤੇ ਇਹ ਜਦੋਂ ਘਟਨਾ ਹੋਈ ਉਸ ਦਿਨ ਵੀ ਕਰਨਲ ਸਾਹਿਬ ਅਗਲੇ ਦਿਨ ਹੋਲੀ ਮਨਾਉਣ ਦਿੱਲੀ ਤੋਂ ਆ ਰਹੇ ਸੀਗੇ। ਅੱਛਾ। ਤੇ ਰਾਤੀ ਜਦੋਂ ਤਿਆਰ ਮਨਾਉਣ ਲਈ ਘਰ ਆ ਰਹੇ ਸੀਗੇ ਤੇ ਇਹ ਇਨਸੀਡੈਂਟ ਹੋਇਆ। ਉਸ ਇਨਸੀਡੈਂਟ ਤੋਂ ਪਹਿਲੇ ਤੁਹਾਨੂੰ ਜਿੱਦਾਂ ਪਤਾ ਹੀ ਹੈ, ਜਸਪ੍ਰੀਤ ਐਨਕਾਊਂਟਰ ਕੇਸ ਜਿਹੜਾ ਉਹ ਫੇਕ ਐਨਕਾਊਂਟਰ ਇਹਨਾਂ ਨੇ ਕਰਿਆ ਸੀ, ਜਿਸ ਤੇ ਅਹੰਕਾਰ ਦੀ ਵਜ੍ਹਾ ਨਾਲ ਕਿ ਸਾਨੂੰ ਅਵਾਰਡ ਹੋਰ ਸਾਨੂੰ ਮਨੀ ਮਿਲ ਗਈ ਹੈ, ਪੈਸੇ ਹੋਰ ਪ੍ਰਮੋਸ਼ਨਾਂ ਮਿਲ ਰਹੀਆਂ, ਉਸ ਅਹੰਕਾਰ ਦੀ ਵਜ੍ਹਾ ਨਾਲ ਇਹ ਦਾਰੂ ਦੇ ਨਸ਼ੇ ਤੇ ਧੁੱਤ ਪੁਲਿਸ ਵਾਲੇ ਉੱਥੇ ਕਰਮਚਾਰੀ ਖਾਣਾ ਖਾਣ ਕਹਿੰਦੇ ਢਾਬੇ ਆਏ ਸੀਗੇ। ਕੋਈ ਕਹਿੰਦਾ ਢਾਬਾ ਖਾਣਾ ਖਾਣ ਆਏ ਸੀ, ਕੋਈ ਕਹਿੰਦੇ ਜੀ ਗੈਂਗਸਟਰ ਫੜਨ ਆਏ ਸੀਗੇ ਲਾਈਟਾਂ ਔਨ ਕਰਕੇ ਯੂਨੀਫਾਰਮ ਜੀ। ਤੇ ਬਹੁਤ ਸਟਰਗਲ ਰਿਹਾ ਹੈ। ਆਈ ਵਿਲ ਨਾਟ ਸੇ ਇਟ ਵਾਸ ਅ ਈਜ਼ੀ ਜਰਨੀ, ਕਿਉਂਕਿ ਸ਼ਾਇਦ ਪੁਲਿਸ ਕਚਹਿਰੀਆਂ ਦਾ ਕੁਝ ਮੈਨੂੰ ਜ਼ਿਆਦਾ ਪਤਾ ਨਹੀਂ ਸੀ। ਪਰ ਇੱਕ ਮੈਂ ਤੁਹਾਡੇ ਤੋਂ ਜ਼ਰੂਰ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਤੁਹਾਡੇ ਆਪਣੇ ਹਸਬੈਂਡ ਇੰਨੇ ਸੀਨੀਅਰ ਆਫੀਸਰ, ਉਹ ਵੀ ਆਰਮੀ ਦੇ ਵਿੱਚ, ਹੀ ਸਟਿਲ ਅ ਸਰਵਿੰਗ ਕਰਨਲ ਇਨ ਦੀ ਆਰਮੀ, ਔਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਸਪੈਸ਼ਲ ਡਿਪਲੋਇਮੈਂਟ ਹੋਈ ਸੀ ਰਿਸਰਚ ਐਂਡ ਐਨਾਲਿਸਿਸ ਵਿੰਗ ਤੇ, ਉਹਨਾਂ ਨੇ ਦੱਸਣ ਦੇ ਬਾਵਜੂਦ ਵੀ ਸਾਰੀ ਆਰਮੀ ਯੂਨਿਟ, ਤੁਹਾਡੇ ਸੀਨੀਅਰ ਆਫੀਸਰਸ, ਐਵਰੀਬਡੀ ਵਾਸ ਕੰਸਰਨਡ। ਲੇਕਿਨ ਇਸ ਦੇ ਬਾਵਜੂਦ ਵੀ, ਅੱਛਾ ਦੂਸਰੀ ਗੱਲ ਮੈਂ ਇਹਦੇ ਨਾਲ ਹੀ ਐਡ ਕਰਦਾ, ਤੁਸੀਂ ਇਹਦਾ ਵੀ ਜਵਾਬ ਦਿਓ। ਤੁਹਾਡੇ ਆਪਣੇ ਜਿਹੜੇ ਬ੍ਰਦਰ ਇਨ ਲਾਅ ਮਿਸਟਰ ਗੁਰਤੇਜ ਸਿੰਘ ਢਿੱਲੋਂ ਦੀ ਮੈਂ ਗੱਲ ਕਰ ਰਿਹਾ, ਉਹ ਖੁਦ ਭਾਰਤੀ ਜਨਤਾ ਪਾਰਟੀ, ਤੁਸੀਂ ਉੱਥੇ ਜਾ ਕੇ ਰਾਜਨਾਥ ਸਿੰਘ ਨੂੰ ਮਿਲਦੇ ਹੋ, ਯੂਨੀਅਨ ਮਿਨਿਸਟਰ ਨੂੰ ਮਿਲਦੇ ਹੋ, ਸਾਰਿਆਂ ਨੂੰ ਉੱਥੇ ਸੀਨੀਅਰ ਲੀਡਰਸ ਨੂੰ, ਇਸ ਦੇ ਬਾਵਜੂਦ ਵੀ ਇੰਨੀ ਦੇਰ ਕਿਉਂ ਲੱਗ ਗਈ ਆਪਣੇ ਇਨਸਾਫ ਨੂੰ? ਜੀ ਦੇਖੋ, ਇਨਸਾਫ ਇਸ ਕਰਕੇ ਨਹੀਂ ਮਿਲ ਰਿਹਾ ਸੀਗਾ ਕਿ ਜਿਹੜੇ ਗੈਂਗਸਟਰਸ ਇਨ ਯੂਨੀਫਾਰਮ ਸੀਗੇ 4, ਉਹ ਪੰਜਾਬ ਦੇ ਮੰਨੇ ਹੋਏ ਕ੍ਰਿਮੀਨਲ ਰਿਕਾਰਡ, ਜਿਸ ਨੂੰ ਕਹਿੰਦੇ ਨੇ ਕਿ ਯੂਨੀਫਾਰਮ ਤੇ ਕ੍ਰਿਮੀਨਲ, ਯੂਨੀਫਾਰਮ ਤੇ ਗੈਂਗਸਟਰ ਸੀਗੇ, ਜਿਸ ਨੂੰ ਬਚਾਉਣ ਲਈ ਨਾਨਕ ਸਿੰਘ ਜੇ ਬੰਦੇ ਲੱਗੇ ਹੋਏ ਸੀਗੇ, ਜਿਹੜੇ ਉਸ ਟਾਈਮ ਐਸਐਸਪੀ ਸੀ ਪਟਿਆਲੇ ਔਰ ਅੱਜ ਕੱਲ੍ਹ ਰੋਪੜ ਦੇ ਵਿੱਚ ਡੀਆਈਜੀ। ਜੀ ਬਿਲਕੁਲ, ਨਾ ਉਹ ਐਸਐਸਪੀ ਬਣਨ ਲਾਇਕ ਹੈ, ਨਾ ਉਹ ਡੀਆਈਜੀ ਬਣਨ ਲਾਇਕ ਹੈ। ਉਸਨੂੰ ਤੇ ਨਾਨਕ ਉਸਨੂੰ ਵੈਸੇ ਆਪਣੀ ਯੂਨੀਫਾਰਮ ਉਤਾਰ ਕੇ ਰੱਖ ਦੇਣੀ ਚਾਹੀਦੀ ਹੈ। ਆਈ ਐਮ ਬੀਇੰਗ ਵੈਰੀ ਦਿਸ ਥਿੰਗ, ਕਿਉਂਕਿ ਹੀ ਡਜ਼ਨਟ ਡਿਜ਼ਰਵ ਟੂ ਵੇਅਰ ਅ ਯੂਨੀਫਾਰਮ। ਜਿਹੜਾ ਬੰਦਾ ਐਸਐਸਪੀ ਦੀ ਸੀਟ ਤੇ ਬੈਠ ਕੇ ਮੈਨੂੰ ਕਹਿ ਸਕਦਾ ਹੈ ਕਿ ਆਪਸ਼ਨ ਵਿਦ ਯੂ ਇਜ਼ ਓਨਲੀ ਟੂ ਕੰਪਰੋਮਾਈਜ਼, ਕਹਿੰਦਾ ਕਿ ਜੀ ਕੱਲ ਇਹਨਾਂ ਨੂੰ ਅਸੀਂ ਅਵਾਰਡ ਦਿੱਤਾ ਤੇ ਪ੍ਰਮੋਸ਼ਨਾਂ, ਤੇ ਅੱਜ ਅਸੀਂ ਇਹਨਾਂ ਨੂੰ ਅਰੈਸਟ ਨਹੀਂ ਕਰ ਸਕਦੇ। ਸੌਰੀ, ਮੈਂ ਨਾਨਕ ਸਿੰਘ ਐਜ਼ ਐਸਐਸਪੀ ਤੁਹਾਨੂੰ ਕਹਿ ਰਿਹਾ, ਤੁਸੀਂ ਸ਼ਿਕਾਇਤ ਲੈ ਕੇ ਜਾਂਦੇ ਹੋ, ਉਹ ਕਹਿ ਰਿਹਾ ਕੰਪਰੋਮਾਈਜ਼ ਕਰ ਲਓ। ਜੀ ਕਹਿੰਦਾ ਜੀ ਤੁਹਾਡੇ ਕੋਲ ਆਪਸ਼ਨ ਖਾਲੀ ਕਹਿ ਨਹੀਂ ਰਿਹਾ ਕਿ ਕੰਪਰੋਮਾਈਜ਼ ਕਰ ਲਓ, ਕਹਿ ਰਿਹਾ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੈ, ਖਾਲੀ ਕੰਪਰੋਮਾਈਜ਼ ਇਜ਼ ਓਨਲੀ ਦਾ ਆਪਸ਼ਨ। ਯੂ ਆਰ ਲੈਫਟ ਵਿਦ ਨੋ ਅਦਰ ਆਪਸ਼ਨ ਬਟ ਟੂ ਕੰਪਰੋਮਾਈਜ਼। ਯੈਸ, ਅਦਰਵਾਈਜ਼ ਮੈਂ ਇਹਨਾਂ ਨੂੰ ਗ੍ਰਿਫਤਾਰ ਵੀ ਨਹੀਂ ਕਰੂੰਗਾ ਤਾਂ ਕੇਸ ਨਹੀਂ ਕਰੂੰਗਾ। ਜਦੋਂ ਆਰਮੀ ਦਾ, ਗਵਰਨਰ ਸਾਹਿਬ ਦਾ, ਮੀਡੀਆ ਦਾ, ਇਹ 14 ਤਰੀਕ ਦੀ, ਹਾਂ, ਕਿਉਂਕਿ ਉਹ ਤਾਂ 22 ਤਰੀਕ ਨੂੰ ਐਫਆਈਆਰ ਦਰਜ ਹੁੰਦੀ ਹੈ, ਉਸ ਤੋਂ ਪਹਿਲਾਂ ਐਫਆਈਆਰ ਨਹੀਂ ਦਰਜ। ਇਹ 14 ਤਰੀਕ ਦੀ ਗੱਲ ਹੈ। 14 ਤਰੀਕ 6 ਵਜੇ ਜਦੋਂ ਮੈਂ ਮੀਡੀਆ ਨੂੰ ਬੁਲਾਇਆ ਤੇ ਉਹ ਡਰ ਮੈਨੂੰ ਕਹਿੰਦੇ ਜੀ ਆ ਜਾਓ, ਹੁਣ ਐਫਆਈਆਰ ਕਰ ਦਿੰਦੇ ਆ। ਤੇ ਅਸੀਂ ਮੀਡੀਆ ਨੂੰ ਛੱਡ ਕੇ ਅਸੀਂ ਕਿ ਸਾਨੂੰ ਮੀਡੀਆ ਦਾ ਕੀ ਹੈ, ਸਾਨੂੰ ਤੇ ਐਫਆਈਆਰ ਨਾਲ ਮਤਲਬ ਹੈ। ਤੇ ਜਦੋਂ ਮੈਂ ਉੱਥੇ ਪਹੁੰਚੀ ਹਾਂ ਤੇ ਤੁਸੀਂ ਮੰਨੋਗੇ ਨਹੀਂ, ਐਜ਼ ਅ ਲੇਡੀ ਮੈਨੂੰ ਉਸਨੇ ਇੱਕ ਨਹੀਂ, ਨਾਰਮਲ ਇੱਕ ਪੁਲਿਸ ਸਟੇਸ਼ਨ ਤੋਂ ਦੂਸਰੇ ਪੁਲਿਸ ਸਟੇਸ਼ਨ, ਦੂਸਰੇ ਤੋਂ ਉਹਨਾਂ ਨੇ ਮੈਨੂੰ ਇੰਨਾ ਟੌਰਚਰ ਕੀਤਾ। ਨਾਨਕ ਸਿੰਘ ਨੇ ਬੋਲ ਕੇ ਕਿਹਾ ਕਿ ਡਿਲੇ ਕਰੋ, ਹੋਰ ਤੰਗ ਕਰੋ, ਕਿ ਤੰਗ ਆ ਕੇ ਛੱਡ ਜਾ ਕੇਸ ਛੱਡ ਜਾ। ਮਗਰ ਹੀ ਡਿਡਨਟ ਰਿਅਲਾਈਜ਼ ਕਿ ਮੈਂ ਵੀ ਫੌਜੀ ਦੀ ਵਾਈਫ ਹਾਂ ਜੀ। ਸਾਡੇ ਅੰਦਰ ਜਿੰਨਾ ਮੇਰੇ ਹਸਬੈਂਡ ਦੇ ਅੰਦਰ ਖੋਨਾ ਹੈਗਾ ਫੌਜੀ, ਉਨਾ ਹੀ ਸਾਡੇ ਅੰਦਰ ਵੀ ਹੈ। ਅਸੀਂ ਪਿਛਲੇ 1 ਸਾਲ ਤੋਂ ਦੇਖ ਰਹੇ ਹਾਂ। ਔਰ ਦੂਜੀ ਗੱਲ, ਸਾਡੇ ਹਸਬੈਂਡ ਕਦੇ ਬਾਰਡਰਾਂ ਤੋਂ ਭੱਜ ਕੇ ਨਹੀਂ ਆਏ ਤੇ ਅਸੀਂ ਇਹ ਜੰਗ ਵਿੱਚ ਕਿੱਦਾਂ ਪਿੱਛੇ ਹਟ ਕੇ ਚਲੇ ਜਾਂਦੇ ਜੀ। ਦੂਜੀ ਗੱਲ, ਇਹ ਰੱਬ ਨੇ ਦਿੱਤੀ ਹੋਈ ਪ੍ਰੋਬਲਮ ਸੀਗੀ, ਜਿਸ ਦਾ ਸੋਲੂਸ਼ਨ ਮੇਰੇ ਵੱਲੋਂ ਹੋਣਾ ਸੀਗਾ। ਜੇ ਇਹਨਾਂ ਦਾ ਪਾਪ ਦਾ ਘੜਾ ਭਰ ਚੁੱਕਿਆ ਸੀ। ਇਹ ਪਿਛਲੇ 12-13 ਸਾਲ ਤੋਂ ਇਹ ਚਾਰੋਂ ਹੀ ਆਫਿਸਰਸ
ऑफिसर्स नहीं, यूनिफॉर्म थे गैंगस्टर्स। आई विल रादर कॉल देम गैंगस्टर्स देन ऑफिसर्स, क्योंकि ऑफिसर्स इन यूनिफॉर्म, यस एब्सोल्युटली जी, गैंगस्टर्स इन यूनिफॉर्म। क्यों? क्योंकि ऑफिसर कहते थे वो लाइक है ही नहीं जी जी, क्योंकि ਅੱਜ ਤੱਕ ਉਹਨਾਂ ਦੀ ਕੋਈ ਇਹੀ ਜੀ ਹਰਕਤ ਹੀ ਨਹੀਂ ਹੈ ਜਿਹੜੀ ਅਫਸਰ ਲਾਈਕ ਸੀ। ਤੇ ਤੁਸੀਂ ਇਹ ਦੇਖੋ, ਜਦੋਂ ਇਹ ਸਾਰਾ ਕੇਸ ਹੋਇਆ ਤੇ ਆਰਮੀ ਗਾਟ ਆਫਟਰ them, ਸਾਰੇ ਦੇ ਪਿੱਛੇ ਪੈਣ ਤੋਂ ਬਾਅਦ ਗਵਰਨਰ ਸਾਹਿਬ ਦੇ ਇੰਟਰਫੇਰੈਂਸ ਤੋਂ ਬਾਅਦ ਜਾ ਕੇ FIR ਹੋਈ, ਉਹ ਵੀ ਨਾਨਕ ਪ੍ਰੈਸ਼ਰਾਈਜ਼ ਹੋ ਕੇ FIR ਤੇ ਸਸਪੈਂਡ ਕੀਤਾ। ਠੀਕ ਹੈ, ਮਗਰ ਫਿਰ ਵੀ ਇਨਸੀਡੈਂਟ ਤੋਂ 8 ਦਿਨਾਂ ਬਾਅਦ 8 ਦਿਨਾਂ ਬਾਅਦ ਹੋਰ ਜਿਹੜਾ ਬਾਬਾ ਜੀ ਜਿਹੜਾ ਹਰਬੰਸ ਢਾਬੇ ਦਾ ਮਾਲਿਕ ਹੈ ਕਰਮਜੋਤ, ਉਸਨੇ ਆਪਣੇ ਕੋਰਟ ਤੇ ਸਟੇਟਮੈਂਟ ਵੀ ਦਿੱਤੀ ਹੈ। ਚਲਾਨ ਦੀ ਕਾਪੀ ਵਿੱਚ ਉਸਦੀ ਵਿਟਨੈਸ ਦੀ ਸਟੇਟਮੈਂਟ ਹੈਗੀ ਹੈ ਕਿ ਮੈਨੂੰ ਤੇ ਪਤਾ ਹੀ ਨਹੀਂ ਸੀ, ਮੈਨੂੰ ਤੇ ਬੁਲਾਇਆ ਗਿਆ ਤੇ ਬੋਲਿਆ ਕੁਝ ਲਿਖਾਇਆ ਗਿਆ ਔਰ ਵਾਈਟ ਪੇਪਰ ਤੇ ਸਾਈਨ ਕਰਾ ਲਿੱਤੇ, ਔਰ ਮੈਨੂੰ ਤੇ ਜਦੋਂ ਨੈਕਸਟ ਡੇ ਪਤਾ ਲੱਗਿਆ ਕਿ 65 FIR ਦਾਖਲ ਹੋਈ ਹੈ ਕਿ ਉਹ ਮੇਰੇ ਵੱਲੋਂ ਹੈ, ਬਟ ਆਈ ਵਾਸ ਨਾਟ ਅਵੇਅਰ ਨੋਰ ਆਈ ਵਾਸ ਵਾਂਟਿੰਗ ਟੂ ਡੂ ਐਨੀ FIR। ਜਦੋਂ ਉਹ ਉੱਥੇ ਹੈ ਨਹੀਂ ਸੀ, ਉਸਨੂੰ ਪਤਾ ਨਹੀਂ ਸੀ, ਤੇ FIR ਉਹ ਐਕਚੁਅਲੀ ਇਹਨਾਂ ਦੀ ਪਲੈਨਿੰਗ ਸੀਗੀ ਕਿ ਕ੍ਰਾਸ FIR ਜਿਸਨੂੰ ਕਹਿੰਦੇ ਨੇ ਕ੍ਰਾਸ ਪਰਚਾ, ਜੋ ਇਹ ਕਹਿ ਵੀ ਰਹੇ ਸੀ, ਤੁਹਾਨੂੰ ਯਾਦ ਹੋਣਾ ਜਦੋਂ 15 ਤਰੀਕ ਨੂੰ ਪੁਲਿਸ ਸਟੇਸ਼ਨ ਤੇ ਇਹ 4 SHOs ਉੱਥੇ ਪਹੁੰਚ ਗਏ, ਹੋਰ ਇਹਨਾਂ ਨੇ ਮੈਨੂੰ ਧਮਕਾਇਆ ਕਿ ਤੁਸੀਂ ਵੀ ਪਟਿਆਲੇ ਰਹਿਣਾ ਤੇ ਅਸੀਂ ਵੀ, ਤੇ ਅੱਜ ਅਸੀਂ ਇੱਕ ਗੱਲ ਮੈਂ ਯਾਦ ਕਰਾਦਾ, ਇਹ ਕ੍ਰਾਸ ਕਰਨ ਨੂੰ ਫਿਰਦੇ ਸੀ, ਇੱਥੋਂ ਤੱਕ ਇਹਨਾਂ ਨੇ ਉਦੋਂ ਅਫਵਾਹਾਂ ਫੈਲਾਈਆਂ ਸੀ ਕਿ ਕਰਨਲ ਪੁਸ਼ਪਿੰਦਰ ਸਿੰਘ ਬਾਟ ਨੇ ਸ਼ਰਾਬ ਪੀਤੀ ਹੋਈ ਸੀ, ਤੁਹਾਨੂੰ ਯਾਦ ਹੋਣਾ ਹੈ। ਬਿਲਕੁਲ ਜੀ, ਔਰ ਬਿਲਕੁਲ ਜਿਹੜਾ ਕਿ ਬਾਅਦ ਚ ਮੈਡੀਕਲੀ ਜਦੋਂ ਮੈਡੀਕਲ ਹੋਇਆ ਉਹਦੇ ਵਿੱਚ ਬਿਲਕੁਲ ਨਹੀਂ ਇਹ ਚੀਜ਼ਾਂ ਪਾਈਆਂ ਗਈਆਂ ਜੀ। ਬਿਲਕੁਲ ਮੈਡੀਕਲ ਰਿਪੋਰਟ ਅੱਜ ਵੀ ਮੇਰੇ ਕੋਲ ਹੈਗੀ ਜੋ ਕਹਿੰਦੀ ਹੈ ਕਿ ਦੇ ਵਰ ਨਾਟ ਅੰਡਰ ਐਨੀ ਇਨਫਲੂਐਂਸ ਆਫ ਐਲਕੋਹਲ। ਮਗਰ ਜੀ ਮੈਨੂੰ ਸਭ ਤੋਂ ਪਹਿਲੇ ਤੇ ਅਗਰ ਕਰਨਲ ਸਾਹਿਬ ਦੀ ਮੈਡੀਕਲ ਰਿਪੋਰਟ ਦਾ ਇਹਨਾਂ ਨੂੰ ਇੰਨਾ ਚਿੰਤਾ ਸੀ ਤੇ ਇਹਨਾਂ ਨੂੰ ਵੀ ਰਾਜਿੰਦਰਾ ਹਸਪੀਟਲ ਜਾ ਕੇ ਆਪਣੀ MLR ਕਰਾਣੀ ਚਾਹੀਦੀ ਸੀ। ਉੱਥੇ ਨਹੀਂ ਗਏ, ਉੱਥੇ ਨਹੀਂ ਗਏ, ਰਾਤੀ ਇਹ ਭੱਜੇ MLR ਕਰਾਉਣ ਲਈ, ਇਹ ਪ੍ਰਾਈਵੇਟ ਹਸਪੀਟਲ 4 ਕਿਲੋਮੀਟਰ ਦੂਰ ਗਏ, ਜਿੱਥੇ ਪਹਿਲੇ ਇਹਨਾਂ ਦੇ ਜਿਹੜੇ ਪੁਲਿਸ ਕੁਝ ਅਧਿਕਾਰੀ ਐਨਕਾਊਂਟਰ ਵਾਲੇ ਐਡਮਿਟ ਸੀਗੇ ਤਾਂ ਕਿ ਆਪਣੀ ਫੇਵਰੇਬਲ ਰਿਪੋਰਟ ਬਣਾ ਨਹੀਂ ਜੀ। ਰਾਤੀ ਤੇ ਉਹ ਗਏ ਨਹੀਂ ਕਿਉਂਕਿ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹ ਮਾਮਲਾ ਸੈਟਲ ਹੋ ਜਾਏ। ਜਦੋਂ ਉਹਨਾਂ ਨੂੰ ਅਸੀਂ ਸਵੇਰੇ ਨਾਨਕ ਸਿੰਘ ਨੂੰ, ਮੇਰੇ ਹਸਬੈਂਡ ਨੇ ਕਿਹਾ, ਆਈ ਵਿਲ ਨਾਟ ਟੇਕ ਦ ਪਲੀਜ਼ ਰਜਿਸਟਰ FIR ਆਫਟਰ ਮਾਈ ਸਟੇਟਮੈਂਟ, ਤੇ ਤਾਂ ਨਾਨਕ ਸਿੰਘ ਨੇ ਇਹਨਾਂ ਨੂੰ ਦੱਸਤਾ ਕਿ ਹੁਣ ਜਾ ਕੇ ਤੂੰ ਪਹਿਲੇ MLR ਕਟਾ ਲਓ ਕਿ ਆਪਣੇ ਆਪ ਨੂੰ ਤੁਹਾਨੂੰ ਬਚਾਉਣ ਲਈ ਜੋ ਵੀ ਹੋ ਸਕਦਾ ਅਸੀਂ ਕਰਾਂਗੇ। ਕਿਉਂ? ਕਿਉਂਕਿ ਨਾਨਕ ਸਿੰਘ ਦੇ ਆਪਣੇ ਕੁਝ ਸ਼ਾਇਦ ਰਾਜ ਹੋਣੇ, ਠੀਕ ਹੈ, ਜਿਸ ਦੀ ਵਜ੍ਹਾ ਨਾਲ ਨਾਨਕ ਸਿੰਘ ਡਰਦਾ ਸੀਗਾ ਇਹਨਾਂ ਕੋਲੋਂ, ਕਿਉਂਕਿ ਇਹ ਤੇ ਮੈਂ ਕਦੇ ਦੇਖਿਆ ਨਹੀਂ ਉਹਨਾਂ ਨੂੰ। ਇਹ ਜਿਹੜੇ 4 ਇੰਸਪੈਕਟਰ ਸੀ DSP ਸਤਨਾਮ ਦੇ ਸਾਹਮਣੇ ਮੈਨੂੰ ਧਮਕਾ ਰਹੇ ਸੀਗੇ, ਔਰ DSP ਸਤਨਾਮ ਮੈਨੂੰ ਕਹਿੰਦਾ ਜੀ ਹੁਣ ਬੱਚਾ ਮਰਿਆ ਤੇ ਨਹੀਂ ਹੈ ਨਾ, ਤੁਸੀਂ ਗੱਲ ਨੂੰ ਛੱਡ ਦਿਓ, ਮਾਫ ਕਰ ਦਿਓ, ਇਹਨਾਂ ਨੂੰ ਛਿੱਤਰ ਮਾਰ ਲਓ, ਇਹ ਕਰ ਲਓ ਜੀ। ਅਗਰ ਉਹ ਮਰ ਜਾਂਦਾ ਤਾਂ ਮੈਂ ਪਨਿਸ਼ਮੈਂਟ ਦਿੰਦੀ। ਦੂਜੀ ਗੱਲ, ਅੱਜ I could fight. God has given me that strength to fight, and not alone. This is because of media, my brother-in-law, my family. They all stood by me. They said, "You are fighting not for Colonel Saab and Angar today. I am fighting for all mothers of Punjab, जिन्हां दे पुत इन्हां ने fake encounter च मारे. And I will keep fighting for this cause till my last breath." ਮੈਮ ਇਸ ਤੋਂ ਮੈਂ ਥੋੜਾ ਜਿਹਾ ਅੱਗੇ ਲੈ ਕੇ ਚੱਲਣਾ। FIR ਰਜਿਸਟਰ ਹੋ ਜਾਂਦੀ ਹੈ, ਤੁਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪਹੁੰਚ ਜਾਂਦੇ ਹੋ ਬਾਅਦ ਦੇ ਵਿੱਚ ਸਾਰਾ, ਲੇਕਿਨ 31 ਮਾਰਚ ਨੂੰ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਦੇ ਹੋ। ਪੰਜਾਬ ਦੇ ਮੁੱਖ ਮੰਤਰੀ, ਜੋ ਮੈਨੂੰ ਯਾਦ ਆ, ਬਾਕੀ ਤੁਸੀਂ ਚੰਗੀ ਤਰ੍ਹਾਂ ਦੱਸੋਗੇ, ਕਿ ਤੁਹਾਨੂੰ ਭਰੋਸਾ ਦਿੰਦੇ ਆ ਕਿ ਸ਼ਾਮ ਨੂੰ 5 ਵਜੇ ਮੇਰੇ ਟੈਲੀਫੋਨ ਦੀ ਵੇਟ ਕਰਿਓ, ਮੋਬਾਈਲ ਕਾਲ ਦੀ, ਤੁਹਾਨੂੰ ਪੂਰਾ ਇਨਸਾਫ ਮਿਲ ਜੂਗਾ। ਉਸ ਬਾਰੇ ਅੱਜ ਤੁਹਾਡਾ ਕੀ ਕਹਿਣਾ, ਕਿਉਂਕਿ ਉਸ ਨੂੰ ਵੀ ਲਗਭਗ 11 ਮਹੀਨੇ ਹੋ ਗਏ ਆ ਜੀ। 31 ਮਾਰਚ ਨੂੰ ਉਹ ਸਾਨੂੰ ਮਿਲੇ ਸੀਗੇ। ਜਿਹੜਾ ਮੈਂ ਪਹਿਲੇ ਵੀ ਬਹੁਤ ਵਾਰ ਕਿਹਾ ਹੋਰ ਅੱਜ ਫੇਰ ਕਹੂੰਗੀ, ਜਿਹੜਾ ਪਿਓ ਆਪਣੀ ਧੀਆਂ ਦਾ ਨਹੀਂ ਹੋਇਆ, ਆਪਣੀ ਵਾਈਫ ਦਾ ਨਹੀਂ ਹੋਇਆ, ਤੇ ਪੰਜਾਬ ਦਾ ਕਿੱਥੋਂ ਬਣ ਜਾਊਗਾ? ਨਾ ਉਹ ਪੰਜਾਬ ਦਾ ਪਿਓ ਬਣ ਸਕਦਾ ਕਿਉਂਕਿ ਉਸ ਦੇ ਵਿੱਚ ਉਹ ਕੁਆਲਿਟੀ ਨਹੀਂ। ਅਗਰ ਪੰਜਾਬ ਦਾ ਪਿਓ ਹੁੰਦਾ ਤੇ ਮੈਨੂੰ ਇਹ ਦੱਸੋ, ਅੱਜ ਤੱਕ ਭਗਵੰਤ ਮਾਨ ਇਨੋਗ੍ਰੇਸ਼ਨ ਕਰਨ ਲਈ ਤੇ ਪਹੁੰਚ ਜਾਂਦੇ, ਜਿੱਥੇ ਉਹਨਾਂ ਨੂੰ ਅਵਾਰਡ ਫੰਕਸ਼ਨਾਂ 'ਚ ਪਹੁੰਚ ਜਾਣਗੇ, ਜਿੱਥੇ ਉਹਨਾਂ ਨੇ ਸ਼ੋਅ ਆਫ ਕਰਨਾ ਹੈ, ਜਿੱਥੇ ਇਹ ਘਰਾਂ ਦੇ ਐਨਕਾਊਂਟਰ ਫੇਕ ਕਰਕੇ ਬੱਚੇ ਮਾਰੇ ਜਾਂਦੇ ਨੇ, ਉਹਨਾਂ ਮਾਵਾਂ ਦੇ ਘਰਾਂ ਕਿਉਂ ਨਹੀਂ ਜਾਂਦੇ? ਅੱਜ 11 ਮਹੀਨੇ 'ਚ ਕਿੰਨੀ ਵਾਰ ਭਗਵੰਤ ਮਾਨ ਨੇ ਮੈਨੂੰ ਫੋਨ ਕਰ ਲਿਆ ਕਿ ਬੇਟਾ ਤੁਹਾਡੇ ਕੇਸ ਦਾ ਕੀ ਹੋਇਆ, ਅਸੀਂ ਤੁਹਾਡੇ ਨਾਲ ਆ। ਉਹ ਪਿਓ ਹੈ ਨਾ ਪੰਜਾਬ ਦਾ ਜੀ। The CM is known as father figure of Punjab. But ਕਿਹੜੀ ਫਾਦਰ ਵਾਲੀ ਹਰਕਤ ਕੀਤੀ ਹੈ ਉਸਨੇ ਪੰਜਾਬ ਵਾਸੀਆਂ ਲਈ? ਕਿਹੜੇ ਐਨਕਾਊਂਟਰਾਂ ਦੇ, ਜਿਹੜੇ ਤੁਸੀਂ ਦੇਖੋ ਰਣਜੀਤ ਐਨਕਾਊਂਟਰ ਹੋਇਆ, has he gone and visited the family? ਚਲੋ ਇਨਕੁਆਇਰੀ ਕਰਾਏ, ਸਹੀ ਹੈ ਜਾਂ ਗਲਤ, ਉਹ ਇਨਕੁਆਇਰੀ ਚ ਆਏਗਾ, ਬਿਲਕੁਲ ਠੀਕ। ਮਗਰ ਐਜ਼ ਅ father figure of the nation, father figure of our Punjab, he is supposed to go and visit that family. ਉਹਨਾਂ ਦੀ ਫੈਮਿਲੀ ਦਾ ਦਰਦ ਕਿਦਾਂ ਕੌਣ ਕਰੇਗਾ? ਤੂੰ ਪਿਓ ਹੈ ਪੰਜਾਬ ਦਾ, ਤਾਂ ਤੇਰਾ ਫਰਜ਼ ਹੈ ਸਾਰੇ ਉਸ ਫੈਮਲੀਆਂ ਤੇ ਜਾਣਾ ਜਿੱਥੇ ਇਹਨਾਂ ਨੇ ਫੇਕ ਐਨਕਾਊਂਟਰਸ ਕੀਤੇ। ਬਿਲਕੁਲ। ਸਜ਼ਾ ਮਿਲਣੀ ਨਾ ਮਿਲਣੀ,
ਪ੍ਰੂਵ ਹੋਣਾ ਬਾਅਦ ਦੀ ਗੱਲ ਹੈ, ਮਗਰ ਜਿਹੜੇ ਘਰ ਦੁੱਖ ਹੈ ਉੱਥੇ ਤੇ ਨਹੀਂ ਜਾਣਗੇ, ਜਿੱਥੇ ਸੁੱਖ ਹੈ ਉੱਥੇ ਪਹੁੰਚ ਜਾਣਗੇ। ਇੱਕ ਚੀਜ਼ ਦੱਸੋ, ਪੰਜਾਬ ਦੇ ਮੁੱਖ ਮੰਤਰੀ ਤੋਂ ਕਿਸੇ ਵੀ ਸੂਬੇ ਦੇ ਵਿੱਚ, ਕਿਸੇ ਵੀ ਰਾਜ ਦੇ ਵਿੱਚ, ਸਟੇਟ ਦੇ ਵਿੱਚ ਮੁੱਖ ਮੰਤਰੀ ਸਭ ਤੋਂ ਹਾਈਐਸਟ ਟੌਪ ਪੋਸਟ ਆ। ਐਬਸੋਲੂਟਲੀ। ਇੱਕ ਫਿਰ ਮੁੱਖ ਮੰਤਰੀ ਕਿਉਂ ਡਰ ਜਾਂਦਾ, ਉਹ ਵੀ ਇੱਕ 4 ਇੰਸਪੈਕਟਰਸ ਤੋਂ? ਕੀ ਕਾਰਨ ਹੋ ਸਕਦਾ? ਕਦੇ ਸੋਚਿਆ ਤੁਸੀਂ? ਚਾਰ ਮੁੱਖ ਮੰਤਰੀ, ਮੈਨੂੰ ਜਿੱਥੇ ਤੱਕ ਤੁਹਾਨੂੰ ਮੈਂ ਸਹੀ ਦੱਸਾਂ, ਮੁੱਖ ਮੰਤਰੀ ਉਸ ਵੇਲੇ ਉਹਨਾਂ ਨੂੰ ਮਿਲਣ ਤੇ ਲੱਗ ਰਿਹਾ ਸੀ ਹੀ ਵਾਂਟਸ ਟੂ ਐਕਟ, ਬਟ ਸ਼ਾਇਦ ਮੈਂ ਸੁਣਨ ਚ ਆਇਆ ਕਿ ਜੀ ਆਪਣੇ ਨਾਨਕ ਸਿੰਘ ਦੇ ਉੱਪਰ ਤੱਕ ਬਹੁਤ ਤਾਲੁਕਾਤ ਹਨ ਤੇ ਪ੍ਰੋਬਬਲੀ ਹੀ ਅੰਡਰ ਪ੍ਰੈਸ਼ਰ ਔਰ ਵਟਐਵਰ, ਬਟ ਜਿਹੜਾ ਅਗਰ ਭਗਵੰਤ ਮਾਨ ਨੂੰ ਇਹ ਸੋਚਣਾ ਚਾਹੀਦਾ ਸੀਗਾ। ਆਈ ਡੋਂਟ ਹੈਵ ਐਨੀ ਰਿਸਪੈਕਟ ਐਂਡ ਰਿਗਾਰਡ ਫॉर ਹਿਮ ਟੁਡੇ, ਕਿਉਂਕਿ ਜਿਸਨੂੰ ਮੈਨੂੰ ਉਸਨੇ ਕਿਹਾ ਤੂੰ ਮੇਰੀ ਬੇਟੀ ਹੈ, ਆਪਣੀ ਜ਼ੁਬਾਨ ਹੀ ਨਹੀਂ ਰੱਖੀ, ਤੇ ਉਸ ਆਦਮੀ ਲਈ ਮੇਰੇ ਕੋਲ ਕੋਈ ਰਿਸਪੈਕਟ ਨਹੀਂ ਹੈ। ਉਹ ਕਿਹੜੀ ਮਾਵਾਂ, ਜਿਹੜੀਆਂ ਮਾਵਾਂ ਦੇ ਘਰ ਪੁੱਤਰ ਮਾਰ ਦਿੱਤੇ, ਜੋ ਰੋਂਦੀਆਂ ਹੋਈਆਂ, ਆਪਣਾ ਜੇਵਰ ਵੇਚ ਕੇ ਲਾਇਰਸ ਨੂੰ, ਜਸਪ੍ਰੀਤ ਦੀ ਮਦਰ ਨੇ ਆਪਣਾ ਸਾਰਾ ਕੁਝ ਵੇਚ ਕੇ ਲਾਇਰ ਨੂੰ ਪੈਸੇ ਦਿੱਤੇ, ਉਸਨੂੰ ਇੰਨਾ ਮਜਬੂਰ ਕਰ ਦਿੱਤਾ ਗਿਆ ਕਿ ਲਾਇਰ ਤੂੰ ਫਾਈਲ ਵਾਪਸ ਲੈਣੀ ਪੈਗੀ। ਤੁਸੀਂ ਇਹ ਦੇਖੋ, ਇਹ ਜੇ ਘਰਾਂ 'ਚ ਜਾ ਕੇ ਅੱਜ ਤੱਕ ਮੁੱਖ ਮੰਤਰੀ ਸਾਹਿਬ ਗਏ ਜਿੱਥੇ ਐਨਕਾਊਂਟਰ, ਤੁਸੀਂ ਇਹ ਦੇਖੋ ਪੰਜਾਬ ਪੁਲਿਸ ਦਾ ਬੰਦਾ, ਉਹਨਾਂ ਨੂੰ ਖਾਲੀ ਐਨਕਾਊਂਟਰ 'ਚ ਪੈਰਾਂ 'ਚ ਗੋਲੀ ਵੱਜਦੀ ਜਾਂ ਹੱਥਾਂ 'ਚ ਵੱਜਦੀ ਤੇ ਉਹ ਫਿਰ ਪਰਮਾਨੈਂਟ ਪੱਕੇ ਹੋ ਜਾਂਦੇ ਨੇ। ਬਿਲਕੁਲ ਠੀਕ ਹੈ, ਜਿਨ੍ਹਾਂ ਨੂੰ ਪੱਕੇ ਕਰਨਾ ਉਹਨਾਂ ਨੂੰ ਗੋਲੀ ਮਾਰ ਦਿਓ ਤੇ ਫਿਰ ਪੱਕੇ ਕਰਾ ਦਿਓ। ਹੋਰ ਅਦਰਵਾਈਜ਼ ਜਿਹੜਾ ਐਨਕਾਊਂਟਰ ਹੋਇਆ ਸਾਰੇ 19-20 ਸਾਲ ਦੇ ਬੱਚੇ ਨੇ, ਹੋਰ ਜਿਨ੍ਹਾਂ ਦਾ ਕੋਈ ਪਿੱਛੇ ਕ੍ਰਿਮੀਨਲ ਰਿਕਾਰਡ ਨਹੀਂ ਹੈ। ਹੋਰ ਜਦੋਂ ਕੋਈ ਬੱਚੇ ਦਾ ਪਿੱਛੇ ਕ੍ਰਿਮੀਨਲ ਰਿਕਾਰਡ ਨਹੀਂ ਹੈ ਤੇ ਮਤਲਬ ਉਹ ਅਚਾਨਕ ਹੀ ਇੱਕ ਗੈਂਗਸਟਰ ਹੋਰ ਇੱਕ ISI ਏਜੰਟ ਬਣ ਗਏ 2000 ਰੁਪਏ ਦੀ ਪੇਮੈਂਟ ਦੇਖ ਕੇ। ਬਿਲਕੁਲ। ਤੇ 2000 ਦੀ ਪੇਮੈਂਟ ਤੇ ਉਹ ਏਜੰਟ ਬਣ ਗਿਆ। ਬਿਲਕੁਲ। ਹੋਰ ਦੂਜੀ ਗੱਲ ਜੀ, ਸਾਰੇ ਪੰਜਾਬ ਪੁਲਿਸ ਤੇ ਕਰਮਚਾਰੀ ਜਿਨ੍ਹਾਂ ਨੂੰ ਐਨਕਾਊਂਟਰ 'ਚ ਬੱਚੇ ਹੀ ਜਵਾਨ ਕਿਉਂ ਮਾਰੀ ਜਾ ਰਹੇ, ਪੰਜਾਬ ਦੀ ਪੀੜ੍ਹੀਆਂ ਖਤਮ ਕਰਨ 'ਚ ਲੱਗੇ ਹਨ। They are not realizing, ਪੰਜਾਬ ਪੁਲਿਸ needs to realize ਕਿ ਅਸੀਂ ਪੰਜਾਬ ਦੀ ਪੀੜ੍ਹੀ ਖਤਮ ਕਰ ਰਹੇ ਹਾਂ, ਅਸੀਂ ਪੰਜਾਬ ਨੂੰ ਖਤਮ ਕਰ ਰਹੇ ਹਾਂ। ਇਹ ਮੈਂ ਦੇਖੀ ਤੁਹਾਡੇ 'ਚ ਗੱਲ ਮੈਮ ਕਿ ਤੁਸੀਂ ਨਾ ਕੇਵਲ ਆਪਣੇ ਕੇਸ ਦੀ ਪੈਰਵੀ ਕਰ ਰਹੇ ਹੋ, ਉਸ ਨੂੰ ਚੁੱਕ ਰਹੇ ਹੋ, ਹੋਰ ਵੀ ਜਿੱਥੇ ਤੁਹਾਨੂੰ ਲੱਗਦਾ ਕੋਈ ਫੇਕ ਐਨਕਾਊਂਟਰ, ਜਿੱਥੇ ਫੈਮਿਲੀਜ਼ ਨਹੀਂ ਬੋਲ ਪਾ ਰਹੀਆਂ, ਤੁਸੀਂ ਉੱਥੇ ਵੀ ਜਾ ਰਹੇ ਹੋ ਜੀ। ਕਿਉਂਕਿ ਫੈਮਿਲੀਜ਼ ਬੋਲ ਨਹੀਂ ਪਾ ਰਹੀਆਂ, ਕਿਉਂਕਿ ਉਹਨਾਂ ਕੋਲ ਦੇਖੋ ਘਰ ਜਿਨ੍ਹਾਂ ਦੇ ਇੱਕ ਹੋਰ ਬੱਚਾ ਹੈ, ਇਹਨਾਂ ਨੂੰ ਧਮਕਾਇਆ ਜਾਂਦਾ ਹੈ, ਇਹਨਾਂ ਨੂੰ ਡਰਾਇਆ ਜਾਂਦਾ ਹੈ, ਕਿਉਂਕਿ ਪੰਜਾਬ ਪੁਲਿਸ ਦਾ ਇੰਨਾ ਖੌਫ ਹੈ। ਉਸ ਖੌਫ ਨਾਲ ਮੈਨੂੰ ਵੀ ਬਹੁਤ ਡਰਾਇਆ ਗਿਆ, ਮੈਨੂੰ ਵੀ ਬਹੁਤ ਧਮਕਾਇਆ ਗਿਆ, ਮਗਰ ਮੈਂ ਕਿਹਾ ਠੀਕ ਹੈ, ਤੁਸੀਂ ਮਾਈਕਲ ਲਾਲ ਤੁਹਾਡੇ ਦਮ ਤੇ ਆ ਜਾਓ, ਅੱਗੇ ਗੋਲੀ ਮਾਰ ਦੋਗੇ ਮਾਰ ਲਓ। ਤੁਹਾਨੂੰ ਕਿਸ ਤਰ੍ਹਾਂ ਦੀਆਂ ਧਮਕੀਆਂ ਆਉਂਦੀਆਂ ਸੀ? ਕੀ ਧਮਕੀ ਕਹਿੰਦੇ ਸੀ? ਜੀ ਕਦੇ ਮੈਨੂੰ ਚੁੱਕ ਲੈਣਗੇ, ਮੇਰੇ ਬੇਟੇ ਦਾ ਐਕਸੀਡੈਂਟ ਕਰਾ ਦਾਂਗੇ, ਚੱਕਾ ਲਾਂਗੇ, ਤੁਹਾਨੂੰ ਪਟਿਆਲੇ ਰਹਿਣ ਨਹੀਂ ਦੇਵਾਂਗੇ, ਪੈਸੇ ਦੇਣ ਨੂੰ ਤਿਆਰ ਸੀਗੇ, ਸਭ ਕੁਝ ਕਰਨ ਨੂੰ ਤਿਆਰ ਸੀਗੇ। ਤੁਸੀਂ ਐਦਾਂ ਹੈ, ਸਾਡੇ ਲਈ ਇੱਜ਼ਤ ਮਾਨ ਸਭ ਤੋਂ ਵੱਡੀ ਚੀਜ਼ ਹੈ। ਮਾਈ ਹਸਬੈਂਡ ਸੈਲਫ ਰਿਸਪੈਕਟ, ਹਿਸ ਯੂਨੀਫਾਰਮਸ ਰਿਸਪੈਕਟ, ਬਿਲਕੁਲ ਠੀਕ, ਇਜ਼ ਐਵਰੀਥਿੰਗ ਫॉर ਮੀ, ਨਾਟ ਦੈਟ ਮਨੀ, ਕਿਉਂਕਿ ਇਹਨਾਂ ਨੇ ਤੇ 2 ਨੰਬਰੀ ਪੈਸੇ ਕਮਾਏ ਹੋਏ, ਇਹਨਾਂ ਦੀ ਤੇ ਪਹਿਲੇ ਸਾਰੀ ਪ੍ਰਾਪਰਟੀਆਂ ਚੈੱਕ ਕਰਵਾਉਣੀ ਚਾਹੀਦੀਆਂ। ਤੁਸੀਂ ਦੇਖੋ ਵਾਈ ਪੰਜਾਬ ਆਪਣਾ ਇੰਡੀਆ ਇਜ਼ ਅ ਡਿਵੈਲਪਿੰਗ ਕੰਟਰੀ, ਕੋਈ ਪੈਸੇ ਦੀ ਕਮੀ ਨਹੀਂ ਹੈ। ਜਦੋਂ ਗੱਡੀਆਂ ਨਵੀਂ ਸਕਾਰਪੀਓ ਐਨ ਲੈ ਕੇ ਖੜੀ ਕਰ ਸਕਦੇ ਨੇ, ਠੀਕ ਹੈ, DVR ਕੈਮਰੇ ਸਾਰੇ ਪੰਜਾਬ 'ਚ ਲਾਤੇ ਨੇ, ਮਗਰ ਕੋਈ ਵੀ ਜਗ੍ਹਾ ਕੈਮਰਾ, ਜਦੋਂ ਕੋਈ ਇੰਸੀਡੈਂਟ ਹੁੰਦਾ ਉੱਥੇ ਕੈਮਰੇ ਦੀ CCTV ਫੁਟੇਜ ਨਹੀਂ ਮਿਲਦੀ। ਜਦੋਂ ਕਰਨਲ ਸਾਹਿਬ ਦਾ ਕੇਸ ਹੋਇਆ ਤੇ ਤੁਸੀਂ ਮੰਨੋਗੇ ਨਹੀਂ, ਜਦੋਂ 15 ਤਰੀਕ ਨੂੰ 10 ਵਜੇ ਮਾਡਲ ਟਾਊਨ ਪੁਲਿਸ ਸਟੇਸ਼ਨ 'ਚ ਇਹ 4 ਬੰਦੇ ਪੁਲਿਸ ਵਾਲੇ ਬੁਲਾ ਲਿੱਤੇ ਗਏ ਕਿ ਪੈਰ ਪਕੜ ਕੇ ਮੈਡਮ ਕੋਲੋਂ ਮਾਫੀ ਮੰਗ ਲਓ, ਸਤਨਾਮ ਕਹਿਣ ਲੱਗਿਆ ਤੇ ਉਹਨਾਂ ਨੇ ਅੱਗੂ ਦੀ ਮੈਨੂੰ ਧਮਕਾਉਣਾ ਸ਼ੁਰੂ ਕਰਤਾ। ਉਹ ਵੀਡੀਓਗ੍ਰਾਫੀ ਲਈ ਮੈਂ RTI ਪਾਈ ਹੈ ਕਿ ਉਸ ਟਾਈਮ ਦੀ ਮੈਨੂੰ ਵੀਡੀਓਗ੍ਰਾਫੀ ਦਿੱਤੀ ਜਾਏ। ਹਜੇ ਤੱਕ ਤੁਹਾਨੂੰ ਮਿਲੀ ਨਹੀਂ? ਮਿਲੀ ਕਿਉਂ? ਕਿਉਂ ਕਹਿੰਦੇ ਨੇ ਉਹ ਹੈ ਹੀ ਨਹੀਂ ਜੀ, ਚੱਲਦੀ ਨਹੀਂ। ਕੋਰਟ ਦੇ ਆਰਡਰ ਹਨ ਕਿ ਕੋਈ ਵੀ ਪੁਲਿਸ ਸਟੇਸ਼ਨ ਤੇ 2 ਇਅਰਸ ਦੀ ਵੀਡੀਓ ਰਿਕਾਰਡਿੰਗ ਹੋਏਗੀ, ਤੇ ਇਹ ਕਹਿੰਦੇ ਹੈ ਹੀ ਨਹੀਂ ਸਰ ਜੀ, ਹੈ ਹੀ ਨਹੀਂ। ਇਹਨਾਂ ਕੋਲ ਕੋਈ ਪੁੱਛਣ ਵਾਲਾ ਨਹੀਂ ਜੀ, ਕੋਈ ਪੁੱਛਣ ਵਾਲਾ ਨਹੀਂ। ਕੋਰਟ ਆਰਡਰ ਵੀ ਕਰਦੀ ਹੈ ਤੇ ਕੋਰਟਾਂ ਦੇ ਆਰਡਰ ਨੂੰ ਡੇਟਾਂ ਪਾਈ ਜਾਂਦੇ ਨੇ, ਠੀਕ ਹੈ, ਦੇ ਰਹੇ ਆ, ਕਰ ਰਹੇ ਆ, ਨਹੀਂ ਕਰ ਰਹੇ। ਤੁਸੀਂ ਇਹ ਦੇਖੋ, ਜਿਹੜਾ ਕਰਨਲ ਸਾਹਿਬ ਦਾ ਕੇਸ ਸੀਗਾ, ਨਾਲ ਵਾਲਾ ਬਾਬਾ ਢਾਬਾ ਸੀਗਾ, ਉਸ ਦੀ ਇੱਕ ਸਟੇਟਮੈਂਟ ਹੈ ਉਸ ਬੰਦੇ ਦੀ। ਉਹ ਕਹਿੰਦਾ ਜੀ ਮੇਰੇ ਇੱਥੇ ਇੱਕ CIA ਦੇ ਬਲੇਰੋ ਤੇ 4 ਪੁਲਿਸ ਵਾਲੇ ਆਏ ਸੀਗੇ ਤੇ ਉਹ ਆਇਆ DVR ਚੱਕ ਕੇ ਲੈ ਗਏ। ਡਿਸਟਰਕਸ਼ਨ ਆਫ ਐਵੀਡੈਂਸ ਪੰਜਾਬ ਪੁਲਿਸ ਕਰ ਰਹੀ ਹੈ, ਹੋਰ ਉਹਨਾਂ ਦੇ ਨਾਨਕ ਬੈਠਿਆ ਹੋਇਆ ਉੱਥੇ ਕੀ ਕਰ ਰਿਹਾ ਸੀ? ਸੁੱਤਾ ਪਿਆ ਸੀ। ਔਰ ਉਹ ਤਾਂ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਨਾਨਕ ਸਿੰਘ DIG ਹੈ ਜਿਹੜਾ ਇਸ ਟਾਈਮ ਰੋਪੜ ਇਹਨਾਂ ਦਾ ਬੜਾ ਚਹੇਤਾ, ਉਹ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਮੈਮ ਜਿਵੇਂ ਹੁਣ ਵੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ। ਜੀ ਬਿਲਕੁਲ, ਤੁਹਾਨੂੰ ਪਤਾ ਹੀ ਹੋਣਾ, ਰੀਸੈਂਟਲੀ ਉਹਨਾਂ ਨੇ ਹਰਜਿੰਦਰ ਸਿੰਘ ਢਿੱਲੋਂ ਨੂੰ ਐਂਟੀ ਸਨੈਚਿੰਗ ਸੈੱਲ ਬਣਾ ਕੇ ਸਪੈਸ਼ਲ ਕ੍ਰੀਏਟ ਕਰਕੇ ਆਪਣੇ ਅੰਡਰ ਪਾ ਲਿਆ। ਅਜੇ ਵੀ ਕਿਉਂ ਇਹ ਜਾਏ ਕਿ ਪੰਜਾਬ ਦੇ ਕੁਝ ਹੈ ਕਰਮਚਾਰੀ ਇਹ 4 ਇੰਸਪੈਕਟਰਾਂ ਨੂੰ ਬਚਾਉਣ 'ਚ ਕਿਉਂ ਲੱਗੇ ਹੋਏ? ਇਹ ਜੀ ਕੀ ਗੱਲ ਹੈ ਕਿ ਜਿਹੜੇ ਰਾਜਨ ਜਿਹੜੇ ਛੁਪੇ ਹੋਏ ਜਿਨ੍ਹਾਂ ਦੀ ਵਜ੍ਹਾ ਨਾਲ ਇੰਨੇ ਵੱਡੇ ਅਧਿਕਾਰੀ ਇਹਨਾਂ ਤੋਂ ਡਰਦੇ ਨੇ। ਦੂਸਰੀ ਗੱਲ, ਇਟ ਟੁਕ
ਮਿਸਟਰ ਗੌਰਵ ਯਾਦਵ ਇਟ ਟੁਕ ਹਿਮ 1 year ਟੂ ਮੀਟ ਮੀ ਬਟ ਇਹ ਫਾਈਨਲੀ ਦੱਸੋ ਕਦੋਂ ਮਿਲੇ ਤੁਸੀਂ ਮੈਮ? ਜੀ ਮੈਂ ਪਿਛਲੇ ਹਫਤੇ ਉਹਨਾਂ ਨੂੰ 6 ਤਰੀਕ ਮਿਲੀ ਸੀ ਅੱਛਾ ਬਟ ਐਟਲੀਸਟ ਚਲੋ ਸਾਲ ਮੁੱਕਣ ਤੋਂ ਪਹਿਲੇ ਉਹਨਾਂ ਨੇ ਮੈਨੂੰ ਟਾਈਮ ਤੇ ਦੇ ਦਿੱਤਾ ਓਕੇ ਐਟਲੀਸਟ ਇੰਨਾ ਕਹੂੰਗੀ ਕਿ ਸਾਲ ਪੂਰਾ ਨਹੀਂ ਹੋਣ ਦਿੱਤਾ ਐਦਾਂ ਵੀ ਹੋ ਸਕਦਾ ਸੀ ਕਿ ਮੈਨੂੰ 14 ਤੋਂ ਬਾਅਦ ਮਿਲਦੇ, ਚਲੋ ਸਾਲ ਤੋਂ ਪਹਿਲੇ ਹੀ ਮਿਲ ਲਿਆ ਐਨੀਵਰਸਰੀ ਤੋਂ ਪਹਿਲੇ। ਪਰ ਤੁਸੀਂ ਇੱਕ ਚੀਜ਼ ਦੂਸਰੀ ਦੇਖੋ ਮੈਮ ਕਿ ਇੱਕ ਪੰਜਾਬ ਦਾ ਡੀਜੀਪੀ ਜਿਹਨੇ ਲਾਅ ਐਂਡ ਆਰਡਰ ਇਨਸ਼ੋਰ ਕਰਨਾ ਹੁੰਦਾ ਉਹਦੇ ਕੋਲ ਲਗਭਗ ਸਾਲ ਤੱਕ ਟਾਈਮ ਹੀ ਨਹੀਂ ਹੁੰਦਾ ਮਿਲਦਾ। ਜੀ ਬਿਲਕੁਲ, ਜਿਹੜਾ ਬੰਦਾ ਪਬਲਿਕ ਡੀਲਿੰਗ ਨਾਲ ਕਰਦਾ, ਦੇਖੋ 1 ਸਾਲ ਉਹਨਾਂ ਨੇ ਮੈਨੂੰ ਟਾਈਮ ਨਹੀਂ ਦਿੱਤਾ ਬਟ ਵਾਟਐਵਰ ਗ੍ਰਜਸ ਬਟ ਜੋ ਵੀ ਮੇਰੇ ਉਹਨਾਂ ਨੇ ਕੋਈ ਤੁਹਾਨੂੰ ਐਸ਼ੋਰੈਂਸ ਦਿੱਤੀ, ਕੋਈ ਭਰੋਸਾ ਦਿੱਤਾ? ਮੈਂ ਜੋ ਵੀ ਡਾਕੂਮੈਂਟਸ ਲੈ ਕੇ ਗਈ ਸੀ, ਮੇਰੇ 10-15 ਪੁਆਇੰਟ ਸੀਗੇ ਜਿਹੜੀ ਕਰਨਲ ਸਾਹਿਬ ਦੀ ਲੈਟਰ ਤੁਹਾਨੂੰ ਪਤਾ ਹੀ ਹੈ ਜੋ ਉਹਨਾਂ ਨੇ ਦਿੱਤੀ ਹੈ, ਇਨਵੈਸਟੀਗੇਸ਼ਨ ਨਾਨਕ ਦੇ ਉੱਪਰ ਉਹਨਾਂ ਨੇ ਸਟਾਰਟ ਕੀਤੀ ਹੈ, ਇਸ ਰਾਏ ਨੂੰ ਮਾਰਕ ਕੀਤੀ ਹੈ। ਜਿਹੜਾ ਮੈਂ ਦੂਜਾ ਪੁਆਇੰਟ ਦਿੱਤਾ ਸੀਗਾ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ ਵਾਪਸ ਲੁਧਿਆਣਾ ਇੱਥੋਂ ਦੀ ਮੁਹਾਲੀ ਤੋਂ ਹਟਾਇਆ ਜਾਏ, ਉਹ ਵੀ ਉਹਨਾਂ ਨੇ ਕੀਤਾ ਪੂਰਾ। ਤੀਜਾ ਮੈਂ ਪੁਆਇੰਟ ਦਿੱਤਾ ਸੀ ਜੈ ਸਿੰਘ ਨੂੰ ਪਟਿਆਲੇ ਪੋਸਟਿੰਗ ਸੀਗਾ, ਜਿਹੜਾ ਇੱਕ ਕਾਂਸਟੇਬਲ ਉਹ ਪਟਿਆਲੇ ਪੋਸਟਿੰਗ ਸੀ ਮਗਰ ਉਹ ਅਟੈਚਮੈਂਟ ਹਰਜਿੰਦਰ ਸਿੰਘ ਢਿੱਲੋਂ ਨਾਲ ਐਜ਼ ਅ ਗਨਮੈਨ ਚੱਲ ਰਿਹਾ ਅਜੇ ਵੀ। ਓਕੇ, ਤੇ ਉਸ ਨੂੰ ਹਟਾਉਣ ਲਈ ਉਸ ਨੂੰ ਵੀ ਜਲੰਧਰ ਪੋਸਟਿੰਗ ਕਰ ਦਿੱਤਾ ਗਿਆ। ਦੂਜਾ ਮੈਂ ਇੱਕ ਹੋਰ ਅਜੇ ਐਪਲੀਕੇਸ਼ਨ ਦਿੱਤੀ ਹੋਈ ਹੈ ਉਹਨਾਂ ਨੂੰ ਕਿ ਇਹਨਾਂ ਨੇ 13 ਸਾਲ ਤੋਂ ਘਰ ਆਕਿਊਪਾਈ ਕੀਤੇ ਹੋਏ ਨੇ, ਜਦੋਂ ਇਹ ਪਟਿਆਲੇ ਪੋਸਟਡ ਹੀ ਨਹੀਂ ਹੈ ਤੇ ਇਹਨਾਂ ਨੂੰ ਘਰ ਕਿੱਦਾਂ ਆਕਿਊਪਾਈ? ਤੁਸੀਂ ਹੈਰੀ ਬੋਪਰ ਦੀ ਗੱਲ ਕਰ ਰਹੇ ਜੀ, ਹੈਰੀ ਬੋਪਰ ਰਾਏ, ਰੋਨੀ ਸਿੰਘ, ਹਰਜਿੰਦਰ ਸਿੰਘ ਢਿੱਲੋਂ ਤਿੰਨੇ ਹੀ। ਅੱਛਾ, ਤੇ ਇਹਨਾਂ ਦੇ ਘਰ ਕਿੱਦਾਂ ਆਕਿਊਪਾਈ ਹਨ ਔਰ ਇਹਨਾਂ ਦੇ ਘਰ ਖਾਲੀ ਕਰਾ ਜੇ ਜਾਣ। ਦੂਜੀ ਗੱਲ ਮੈਂ ਲਿਖਿਆ ਸੀਗਾ ਦੇ ਸ਼ੁੱਡ ਨੈਵਰ ਬੀ ਪੋਸਟਡ ਇਨ ਪਟਿਆਲਾ ਰੇਂਜ, ਤੇ ਉਹ ਉਹਨਾਂ ਨੇ ਕੁਝ ਪੁਆਇੰਟਸ ਉਹਨਾਂ ਨੇ ਸਾਰੇ ਕਵਰ ਕਰ ਦਿੱਤੇ। ਅੱਜ ਵੀ ਕੁਝ ਪੁਆਇੰਟਸ ਹੈਗੇ ਜਿਹੜੇ ਉਹਨਾਂ ਨੇ ਮੈਨੂੰ ਕਿਹਾ ਓਵਰ ਅ ਪੀਰੀਅਡ ਆਫ ਟਾਈਮ ਹੀ ਇਜ਼ ਅਸ਼ੋਰਡ ਮੀ ਬਟ ਅਸ਼ੋਰੈਂਸ ਤੇ ਤਾਂ ਹੀ ਹੁੰਦੀ ਹੈ ਜੀ ਪਿਛਲੇ 1 ਸਾਲ ਤੋਂ ਤੇ ਇੰਸ਼ੋਰੈਂਸ ਪੰਜਾਬ ਪੁਲਿਸ ਦੀ ਮੈਂ ਦੇਖ ਰਹੀ ਹੈ ਐਕਸੈਪਟ ਅਰਪਿਤ ਸ਼ੁਕਲਾ ਔਰ ਜਾਂ ਵਰੁਣ ਸ਼ਰਮਾ, ਉਹਨਾਂ ਦੇ ਇਲਾਵਾ ਤੇ ਕਿਸੇ ਨੇ ਮੈਨੂੰ ਮੇਰਾ ਸਾਥ ਨਹੀਂ ਦਿੱਤਾ। ਬਟ ਆਈ ਐਮ ਸਟਿਲ ਹੈਪੀ ਦੈਟ ਐਟਲੀਸਟ ਉਹਨਾਂ ਨੇ ਇੱਕ ਕਦਮ ਉਠਾਇਆ, ਉਸ ਕਦਮ ਨਾਲ ਸ਼ਾਇਦ ਬਹੁਤ ਲੋਕਾਂ ਦਾ ਹੋਰ ਵੀ ਭਲਾ ਹੋਏ। ਕਿਉਂਕਿ ਮੈਂ ਨੇ ਤੁਹਾਨੂੰ ਕਿਹਾ ਕਿ ਕੋਈ ਸਾਰੇ ਕਾਰਵਾਈ ਕਰੇਗਾ ਜੀ, ਉਹਨਾਂ ਨੇ ਮੈਨੂੰ ਬਿਲਕੁਲ ਅਸ਼ੋਰੈਂਸ ਦਿੱਤੀ ਹੈ ਕਿ ਜੋ ਵੀ ਮੇਰੇ ਪੁਆਇੰਟ ਸੀ, ਜੋ ਵੀ ਮੇਰੇ ਕੰਸਰਨ ਸੀਗੇ ਉਹਨਾਂ ਨੂੰ ਉਹ ਐਡਰੈਸ ਕਰਨਗੇ ਔਰ ਉਹਨਾਂ ਵਿੱਚੋਂ ਆਈ ਵਿਲ ਸੇ 75% ਉਹਨਾਂ ਨੇ ਐਡਰੈਸ ਕੀਤੇ ਬਟ ਐਡਰੈਸ ਕਰਕੇ ਕਿਹੜੇ ਨਤੀਜੇ 'ਚ ਪਹੁੰਚਾਉਂਦੇ, ਕਿਉਂਕਿ ਇਹ ਗੱਲ ਤੇ ਉਹਨਾਂ ਨੇ ਪਹਿਲੇ ਵੀ ਕਹੀ ਸੀ ਕਿ 45 ਡੇਜ਼ ਦੇ ਅੰਦਰ ਐਗਜ਼ੈਂਪਲਰੀ ਪਨਿਸ਼ਮੈਂਟ ਦਵਾਂਗਾ ਤੇ ਉਹ ਐਗਜ਼ੈਂਪਲਰੀ ਪਨਿਸ਼ਮੈਂਟ ਜਿਹੜੀ ਹੈ 45 ਡੇਜ਼ ਦੇ ਅੱਜ 11 ਮਹੀਨੇ ਹੋ ਗਏ ਅਜੇ ਨਜ਼ਰ ਨਹੀਂ ਆਈ ਜੀ। ਤੇ ਉਹ ਕੀ ਪਤਾ ਹੁਣ ਸ਼ਾਇਦ ਜੋ ਪਹਿਲੇ ਨਹੀਂ ਨਜ਼ਰ ਆਈ ਸ਼ਾਇਦ ਹੁਣ ਨਜ਼ਰ ਆ ਜਾਏ, ਕਿਉਂਕਿ ਕਹਿੰਦੇ ਨਾ ਦੇ ਐਵਰੀਬਡੀ ਓਵਰ ਅ ਪੀਰੀਅਡ ਆਫ ਟਾਈਮ ਥਿੰਕਸ ਕਿ ਜੋ ਗਲਤੀ ਹੋਈ ਆਪਣੀ ਗਲਤੀ ਸੁਧਾਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਹੁਣ ਉਹਨਾਂ ਦੇ ਉੱਪਰ ਹੈ ਕਿ ਉਹ ਇੱਕ ਪਬਲਿਕ ਦਾ ਟਰਸਟ ਵਾਪਸ ਬਿਲਡ ਕਰ ਦੇਣ। ਆਈ ਓਨਲੀ ਕੈਨ ਸੇ ਇਜ਼ ਜੋ ਉਹਨਾਂ ਨੇ ਮੈਨੂੰ ਟਰਸਟ ਦਿੱਤਾ ਹੈ ਉਸ ਨੂੰ ਬਰਕਰਾਰ ਰੱਖਣ, ਨਹੀਂ ਤੇ ਜੋ ਭਗਵੰਤ ਮਾਨ ਸਾਹਿਬ ਨੇ ਕੀਤਾ ਸੀਗਾ, ਮਾਨ ਸਾਹਿਬ ਬੋਲਣਾ ਉਹਨਾਂ ਨੂੰ ਸਹੀ ਨਹੀਂ ਰਹੇਗਾ, ਭਗਵੰਤ ਸੀਐਮ ਨੇ ਕੀਤਾ ਸੀਗਾ ਕਿਉਂਕਿ ਉਹ ਪਿਓ ਬਣ ਕੇ ਤੇ ਬੇਟੀ ਨੂੰ ਰੁਸਵਾ ਕੀਤਾ। ਠੀਕ ਹੈ, ਅਗਰ ਇਹ ਭਰਾ ਬਣ ਕੇ ਸੋ ਬਹੁਤ ਡਿਸਅਪਾਇੰਟ ਦੈਟਸ ਵਾਟ ਆਈ ਐਮ ਸੇਇੰਗ ਕਿ ਜੋ ਅਗਰ ਡੀਜੀਪੀ ਭਰਾ ਬਣ ਕੇ ਅੱਜ if he has said I will look after your issues, I will wait ਕਿ ਸ਼ਾਇਦ ਇਹ ਮੇਰੇ ਐਡਰੈਸ ਕਰਨ, ਜੋ ਅੱਜ ਤੱਕ ਨਹੀਂ ਕੀਤੇ। ਮੈਂ ਫਿਰ ਵੀ ਇੱਕ ਹੋਪ ਰੱਖ ਰਹੀ ਹਾਂ ਕਿ ਜੋ ਮੇਰੇ ਅੰਦਰ ਗਿਲੇ ਸ਼ਿਕਵੇ ਸੀ ਪੰਜਾਬ ਪੁਲਿਸ ਲਈ, ਸ਼ਾਇਦ ਡੀਜੀਪੀ ਦੇ ਕੁਝ ਐਕਸ਼ਨਸ ਨਾਲ, ਖਾਲੀ ਮੇਰੇ ਗਿਲੇ ਸ਼ਿਕਵੇ ਨੇ, ਮੇਰੇ ਕੇਸ ਦੇ ਨਾਲ ਬਹੁਤ ਸਾਰੇ ਇਹੋ ਜਿਹੇ ਹੋਰ ਲੋਕਾਂ ਦੇ ਵੀ ਜਜ਼ਬਾਤ ਜੁੜੇ ਹੋਏ, ਉਹਨਾਂ ਦੇ ਗਿਲੇ ਸ਼ਿਕਵੇ ਵੀ ਦੂਰ ਹੋ ਜਾਣ। ਮੈਨੂੰ ਥੋੜਾ ਜਿਹਾ ਅੱਗੇ ਲੈ ਕੇ ਚੱਲਦੇ ਹਾਂ। 22 ਜੁਲਾਈ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ CBI ਦੀ ਜਾਂਚ ਆਰਡਰ ਕਰਦੀ ਹੈ ਔਰ ਪਿਛਲੇ ਲਗਭਗ ਤੁਸੀਂ ਦੇਖੋ 7 ਮਹੀਨੇ ਤੋਂ ਜ਼ਿਆਦਾ ਹੀ ਹੋ ਗਏ ਹੁਣ ਤਾਂ ਜਾਂਚ ਚੱਲ ਰਹੀ ਆ। ਤੁਸੀਂ ਸੈਟੀਸਫਾਈਡ ਹੋ ਜੋ CBI ਦੀ ਜਾਂਚ ਚੱਲ ਰਹੀ ਹੈ? ਜੀ ਕੁਝ ਪੁਆਇੰਟਸ ਜੀ ਜਨਰਲੀ ਆਈ ਐਮ ਸੈਟੀਸਫਾਈਡ, ਆਈ ਵਿਲ ਨਾਟ ਸੇ ਆਈ ਐਮ ਨਾਟ ਸੈਟੀਸਫਾਈਡ ਬਟ देयर आर ਸਮ ਪੁਆਇੰਟਸ ਜੋ ਉਹਨਾਂ ਨੇ ਕਵਰ ਨਹੀਂ ਕੀਤੇ। ਉਸ ਨੂੰ ਵੀ ਵਿਲ ਮਾਈ ਲਾਇਰਸ ਵਿਲ ਡਿਸਾਈਡ ਉਸ ਨੂੰ ਕਿਦਾਂ ਕੋਈ ਖਾਸ ਪੁਆਇੰਟ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ? ਜੀ 109 ਹਟਾਈ ਗਈ ਹੈ, ਦੇਖਦੇ ਹਾਂ ਉਸ ਦੇ ਬਾਰੇ। ਜਿਹੜੀ ਅਟੈਂਪਟ ਟੂ ਮਰਡਰ, ਹਾਂਜੀ ਜੀ। ਸੋ ਆਈ ਕਾਂਟ ਕਮੈਂਟ ਐਗਜ਼ੈਕਟਲੀ ਰਾਈਟ ਨਾਓ ਔਨ ਦੈਟ। ਮੇਰੇ ਲਾਇਰਸ ਡਿਸਾਈਡ ਕਰਨਗੇ ਉਸ ਨੂੰ ਕਿ ਕਿਦਾਂ ਮੇਰੇ ਹਰਿੰਦਰਪਾਲ ਵਰਮਾ ਜੀ ਮੇਰੇ CBI ਦੇ ਲਾਇਰ ਹੋਏ ਹੋਏ ਨੇ, ਦੇ ਵਿਲ ਡਿਸਾਈਡ ਕਿ ਕਿਸ ਤਰੀਕੇ ਨਾਲ ਹੈ ਲੜਾਈ ਨੂੰ ਅੱਗੇ ਲੈ ਕੇ ਜਾਣਾ। ਸੋ ਐਜ਼ ਮਾਈ ਲਾਇਰਸ ਵਿਲ ਗਾਈਡ ਮੀ ਆਈ ਵਿਲ ਗੋ ਬਾਈ ਦੈਟ। ਮੈਮ ਹਜੇ ਤਾਂ ਟ੍ਰਾਇਲ ਚ ਸ਼ੁਰੂ ਹੋ ਚੁੱਕਾ, ਮੇਰੇ ਖਿਆਲ ਇੱਕ ਪਹਿਲਾਂ ਤਰੀਕ ਸੀ 2 ਮਾਰਚ ਨੂੰ, ਅੱਜ ਵੀ 16 ਮਾਰਚ ਨੂੰ। ਜੀ ਅਜੇ ਟ੍ਰਾਇਲ ਸ਼ੁਰੂ ਨਹੀਂ ਹੋਇਆ। ਅੱਛਾ, ਟ੍ਰਾਇਲ ਸ਼ੁਰੂ, ਹਾਂਜੀ ਅਪੀਅਰੈਂਸ ਸੀਗੀ 20 ਤਰੀਕ ਦੀ ਡੇਟ ਹੈ, ਆਫਟਰ 20th ਔਰ ਆਫਟਰ 20th ਟ੍ਰਾਇਲ ਸ਼ੁਰੂ ਹੋਏਗੀ। ਮੈਮ ਉਹ 'ਚ ਬੜੀ ਇੱਕ ਸਟ੍ਰੇਂਜ ਐਪਲੀਕੇਸ਼ਨ ਲੈਣਾ ਇੰਸਪੈਕਟਰਸ ਨੇ ਲਾਈ ਹੈ, ਉਹਦੇ 'ਚ ਇਹ ਕਿਹਾ
ਕਿ ਇਸ ਪਰਿਵਾਰ ਨੂੰ, ਚਾਹੇ ਤੁਹਾਡੇ ਬਾਰੇ ਕਿਹਾ ਹੈ, ਚਾਹੇ ਸਾਰੀ ਫੈਮਿਲੀ ਬਾਰੇ, ਕਿ ਇਹਨਾਂ ਨੂੰ ਤੁਸੀਂ ਰੋਕੋ, ਇਹ ਮੀਡੀਆ ਕੋਲੇ ਨਾ ਜਾਣ। ਮੀਡੀਆ ਤੋਂ ਕਿਉਂ ਡਰ ਗਏ ਇਹ? ਜੀ ਮੈਂ ਤੇ ਇਹਨਾਂ ਨੂੰ ਕਦੇ ਮੀਡੀਆ ਤੋਂ ਆਉਣ ਰੋਕਿਆ ਨਹੀਂ। ਤੁਸੀਂ ਵੀ ਆਓ ਮੀਡੀਆ ਤੇ, ਆਪਣੀ ਸੱਚਾਈ ਰੱਖੋ। ਤੁਹਾਡੇ ਕੋਲ ਪ੍ਰੂਫਸ ਹਨ ਜੋ ਮੇਰੇ ਕੋਲ, ਦੇਖੋ ਜੀ, ਜੋ ਮੇਰੇ ਕੋਲ ਡਾਕੂਮੈਂਟਰੀ ਐਵੀਡੈਂਸ ਹੈ, ਤੁਸੀਂ ਦੇਖਿਆ ਹੋ ਨਾ, ਜਦੋਂ ਵੀ ਤੁਹਾਡੇ ਨਾਲ ਮੇਰੀ ਗੱਲ ਵੀ ਹੋਈ ਹੈ, ਆਈ ਆਲਵੇਜ਼ ਟਾਕ ਵਿਦ ਡਾਕੂਮੈਂਟਰੀ ਐਵੀਡੈਂਸ ਵਿਚ ਆਰ ਪਬਲਿਕ ਡੋਮੇਨ ਵਿੱਚ, ਵੈਦਰ ਇਟ ਇਜ਼ CRM। ਮੈਂ ਕੋਰਟ ਦੇ ਅੰਦਰ ਦੀ ਕਾਰਵਾਈ ਕਦੇ ਡਿਸਕਸ ਨਹੀਂ ਕੀਤੀ ਜੀ। ਮੈਂ ਕੋਰਟ ਤੇ ਜੋ ਆਰਡਰ ਹੈ ਮੈਂ ਉਸ ਤੇ ਉੱਪਰ ਡਿਸਕਸ ਕੀਤਾ ਕਿ ਕੋਰਟ ਨੇ ਇਹ ਆਰਡਰ ਦਿੱਤੇ, ਅਗਲੀ ਕਾਰਵਾਈ ਅਗਲੇ ਡੇਟ ਤੇ ਪਤਾ ਲੱਗੇਗੀ। ਜਿਹੜੀ ਡਾਕੂਮੈਂਟਸ ਮੈਂ ਪੁਲਿਸ DGP ਨੂੰ ਦਿੱਤੇ ਹਨ ਜਾਂ ਡਾਕੂਮੈਂਟਸ ਦਿੱਤੇ ਨੇ, ਮੈਂ ਉਸ ਦੀ ਗੱਲ ਕਰਦੀ ਹਾਂ ਕਿ ਐਸੀ ਇਹ ਚਿੱਠੀ ਦਿੱਤੀ ਹੈ ਪੰਜਾਬ ਪੁਲਿਸ ਨੂੰ ਜਾਂ ਪੰਜਾਬ ਸਰਕਾਰ ਨੂੰ ਐਕਸ਼ਨ ਲਈ, ਮੈਂ ਉਸ ਦੀ ਗੱਲ ਕਰਦੀ ਹਾਂ। ਮੇਰੇ ਕੋਲ ਰਿਸੀਵਿੰਗ ਹੈ ਜਿਸ ਦੀ, ਜਿਹੜੀ RTI ਤੋਂ ਮੈਂ ਮੰਗੀ ਹੈ ਤਾਂ ਉਹ ਮੇਰਾ ਰਾਈਟ ਹੈ, ਉਹ ਪਬਲਿਕ ਪ੍ਰੋਪਰਟੀ ਹੈ, ਉਸ ਨੂੰ ਮੈਂ। ਸੈਕੰਡਲੀ ਦੇਖੋ, ਮੈਂ ਮੀਡੀਆ ਨੂੰ, ਜਿਹੜੀ ਪਬਲਿਕ ਮੇਰੇ ਨਾਲ ਇਹ ਸੰਘਰਸ਼ 1 ਸਾਲ ਤੋਂ ਜੁੜੀ ਹੋਈ ਸੀ, ਕਿ ਉਸ ਦਾ ਰਾਈਟ ਨਹੀਂ ਬਣਦਾ ਟੂ ਨੋ, because they are not working as media, they were first working on humanity. Yes, this is not media trial or this is not public trial, this is on humanity ground they were working and standing with me on humanity ground। मेरा फर्ज बनता है कि ਜਿਹੜੇ ਬੰਦੇ ਮੇਰੇ ਨਾਲ ਖੜੇ ਸੀ ਉਹਨਾਂ ਨੂੰ ਜੋ ਹੋ ਰਿਹਾ ਇਸ ਕੇਸ ਤੇ, ਔਰ ਜਿੱਥੇ ਤੱਕ ਇਹ ਕੇਸ ਪਹੁੰਚਿਆ, ਕਿਉਂਕਿ ਜਿੰਨਾ ਸਟਰਗਲ ਮੈਂ ਕੀਤਾ, ਮੇਰੇ ਨਾਲ ਮੇਰਾ ਸਾਥ ਦੇਣ ਵਾਲੇ ਉਯੂ ਮੀਡੀਆ ਦੇ ਭਰਾ ਔਰ ਉਯੂ ਪਬਲਿਕ ਸੀਗੀ ਜੀ, ਤੇ ਉਹਨਾਂ ਨੂੰ ਮੈਂ ਕਿਦਾਂ ਇਸ ਕੇਸ ਤੋਂ ਅੱਜ ਸਾਈਡ ਤੇ ਕਰਦਾ। ਜਦੋਂ ਮੇਰੀ ਲੋੜ ਸੀ ਉਹ ਮੇਰੇ ਨਾਲ ਖੜੇ ਸੀ। ਅੱਜ ਆਈ ਐਮ ਸਪੋਜ਼ ਟੂ ਇਨਫੋਰਮ them ਕਿ ਕੀ ਹੋ ਰਿਹਾ। ਮੈਮ, ਜਦੋਂ ਇਹਨਾਂ ਨੇ ਇਹ ਕਹੀ ਗੱਲ ਕੋਰਟ ਦੇ ਵਿੱਚ, ਜਿਹੜੀ ਸਪੈਸ਼ਲ CBI ਦੀ ਅਦਾਲਤ ਆ, ਉਹਨਾਂ ਨੇ ਅੱਗੋਂ ਕੋਈ ਕਮੈਂਟ ਜਾਂ ਕੁਝ ਕਿਹਾ ਨਹੀਂ ਕਿ ਇਹ ਤੁਸੀਂ ਕੀ ਕਰ ਰਹੇ? ਜੀ ਮੇਰੇ ਲਾਇਰ ਨੇ ਰਿਪਲਾਈ ਦੇ ਦਿੱਤਾ ਹੈ ਉਸਦਾ। ਐਂਡ ਸੈਕੰਡਲੀ ਇਟ ਇਜ਼ ਅ ਫੰਡਾਮੈਂਟਲ ਰਾਈਟ ਹੈ ਜੀ। ਮੈਂ ਕੋਈ ਵੀ ਆਈ ਜੀ ਕੋਰਟ ਦੀ ਕੋਈ ਆਈ ਜਾਂ ਐਵੀਡੈਂਸ ਜਾਂ ਕੋਰਟ ਦਾ ਕੋਈ ਵੀ ਗੱਲਬਾਤ ਬਾਹਰ ਨਹੀਂ ਕੱਢੀ। ਮੈਂ ਜਿਹੜਾ ਪਬਲਿਕ ਡਾਕੂਮੈਂਟ ਹੈ, ਜਿਹੜਾ CRM ਹੈ, ਇਟ ਇਜ਼ ਅ ਪਬਲਿਕ ਡਾਕੂਮੈਂਟ, ਵੈਦਰ ਇਟ ਇਜ਼ ਮੇਰੀ RTI ਦੀ ਕਾਪੀ, ਦੈਟ ਇਜ਼ ਅ ਲੀਗਲ ਕਾਪੀ। ਮੈਂ ਜਾਂ ਜਿਹੜੀ ਚਿੱਠੀ ਦਿੱਤੀ ਹੈ ਉਹ ਮੈਂ ਦਿੱਤੀ ਹੈ ਜਾਂ ਕਰਨਲ ਸਾਹਿਬ ਨੇ ਦਿੱਤੀ ਹੈ, ਮੈਂ ਉसी ਨੂੰ ਪਬਲਿਕ ਤੇ ਮੀਡੀਆ ਤੇ ਦਿੱਤਾ ਕਿ ਮੈਂ ਇਹ ਡਿਮਾਂਡ ਕੀਤਾ ਹੈ ਜੀ। ਅੱਗੇ ਜੋ ਉਹਨਾਂ ਨੇ ਕਾਰਵਾਈ ਕੀਤੀ ਹੈ, ਜੋ ਮੈਨੂੰ ਰਿਪਲਾਈ ਆਇਆ, ਉਹ ਮੈਂ ਰਿਪਲਾਈ ਦਾ ਜਵਾਬ ਦਿੱਤਾ ਹੈ ਕਿ ਮੈਨੂੰ ਇਸ ਕਾਰਵਾਈ ਦਾ ਇਹ ਜਵਾਬ ਆਇਆ। ਸੈਕੰਡਲੀ ਕੋਰਟ ਤੇ ਇਹ ਕਹਿਣਾ ਕਿ ਮੀਡੀਆ ਟ੍ਰਾਇਲ ਚੱਲ ਰਹੀ ਹੈ ਤੇ ਤੁਸੀਂ ਡਰਦੇ ਕਿਉਂ? ਤੁਸੀਂ ਵੀ ਆ ਜਾਓ ਮੀਡੀਆ ਟ੍ਰਾਇਲ 'ਚ, ਤੁਸੀਂ ਆਪਣੀ ਸੱਚਾਈ ਲੈ ਕੇ ਆਓ, ਅਸੀਂ ਚਾਹੁੰਦੇ ਹਾਂ ਤੁਸੀਂ ਆਓ। ਤੇ ਤੁਸੀਂ ਇਹ ਦੇਖੋ, ਅੱਜ ਤੱਕ ਤੁਸੀਂ ਦੇਖਿਆ ਹੀ ਹੋਣਾ, ਮੈਂ ਕਦੇ ਉਹਨਾਂ ਦੇ ਪਰਿਵਾਰ ਨੂੰ ਨਹੀਂ ਸ਼ਾਮਿਲ ਕੀਤਾ, ਨਾ ਕਦੇ ਕੋਈ ਗੱਲ ਤੇ ਕੀਤਾ। ਕਿਉਂ? ਕਿਉਂਕਿ ਮੇਰੀ ਲੜਾਈ ਉਹਨਾਂ ਦੇ ਪਰਿਵਾਰਾਂ ਨਾਲ ਨਹੀਂ ਹੈ। ਪਹਿਲੇ ਵੀ ਮੈਂ ਇੱਕ ਦਿਨ ਮੀਡੀਆ ਤੇ ਦਾ ਕਿਹਾ ਸੀ, ਮਾਈ ਫਾਈਟ ਇਜ਼ ਨਾਟ ਵਿਦ देयर ਫੈਮਿਲੀ, ਮਾਈ ਫਾਈਟ ਇਜ਼ ਵਿਦ ਦਿਸ 5 ਗੈਂਗਸਟਰਸ ਇਨ ਯੂਨੀਫਾਰਮ, ਜਿਨ੍ਹਾਂ ਨੂੰ ਸਜ਼ਾ, ਇਹ ਭੇੜਾਂ ਨੂੰ ਸਜ਼ਾ ਮਿਲੇਗੀ ਤੇ 500 ਪੰਜਾਬ ਪੁਲਿਸ ਦੇ ਭੇੜ ਠੀਕ ਹੋ ਜਾਣਗੇ। ਕਿਉਂਕਿ ਇਹ 5 ਬਚ ਗਏ ਤੇ 500 ਇਹਨਾਂ ਦੀ ਨਾਲ 6 ਮਿਲ ਜਾਊਗੀ। ਜਦੋਂ ਇਹ 5 ਨੂੰ ਸਜ਼ਾ ਮਿਲਣ ਦਾ ਕਾਰਨ ਇਹ ਹੈ ਕਿ ਮੈਂ ਚਾਹੁੰਦੀ ਹਾਂ ਇਹ 5 ਐਗਜ਼ਾਮਪਲ, ਲੀਡ ਬਾਈ ਐਗਜ਼ਾਮਪਲ ਕਹਿੰਦੇ ਆ ਨਾ, ਪੰਜਾਬ ਤੇ ਇੱਕ ਲੀਡ ਬਾਈ ਐਗਜ਼ਾਮਪਲ ਕਿ ਅਗਰ ਤੁਸੀਂ ਗਲਤ ਕਰੋਗੇ ਤੇ ਪੰਜਾਬ ਦੀ ਕੋਈ ਵੀ ਧੀ ਮਾਂ ਖੜੀ ਹੋ ਸਕਦੀ ਹੈ। ਅਸੀਂ ਇੰਨੀ ਕਮਜ਼ੋਰਾਂ ਨਹੀਂ ਆ, ਅਸੀਂ ਪੰਜਾਬ ਦੀ ਧੀ ਆ, ਸਾਨੂੰ ਕਮਜ਼ੋਰ ਨਾ ਸਮਝੋ। ਮੈਮ, ਇੱਕ ਚੀਜ਼ ਹੋਰ ਜਿਹੜੀ ਚੀਜ਼ ਦੇਖੀ ਗਈ ਹੈ ਇਹਦੇ ਵਿੱਚ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਿ ਉਹਨਾਂ ਨੂੰ ਮੁਅੱਤਲ ਹੋਣਾ ਚਾਹੀਦਾ, ਸਸਪੈਂਡਡ ਰਹਿਣਾ ਚਾਹੀਦਾ ਸੀ, ਕਿਉਂਕਿ ਉਹ ਕਾਫੀ ਫੈਕਟਸ ਡਿਸਟੋਰਟ ਜਾਂ ਕਈ ਇਸ ਤਰ੍ਹਾਂ ਦੀ ਐਵੀਡੈਂਸ ਨੂੰ ਇੱਧਰ ਉੱਧਰ ਕਰਨ ਦੀ ਕੋਸ਼ਿਸ਼ ਕਰ ਰਹੇ। ਫੋਰ ਐਗਜ਼ਾਮਪਲ, ਜਦੋਂ ਕਿ ਉਹਨਾਂ ਨੇ ਆਈਡੈਂਟੀਟੀ ਕਾਰਡ ਖੋਇਆ ਕਰਨਲ ਸਾਹਿਬ ਦਾ, ਔਰ ਇਸੇ ਤਰ੍ਹਾਂ ਉਹਨਾਂ ਦਾ ਫੋਨ ਖੋਇਆ, ਅੱਜ ਉਹਨਾਂ ਨੇ ਇੱਕ ਹੋਰ ਹੀ ਬੰਦਾ ਖੜਾ ਕਰਤਾ, ਕਹਿੰਦੇ ਜੀ ਇਹਨਾਂ ਨੇ ਦਿੱਤਾ, ਇਸ ਤਾਂ ਖੋਇਆ ਹੀ ਨਹੀਂ ਜੀ। ਉਹ ਤੇ ਦੇਖੋ ਕੋਰਟ ਤੇ ਹੀ ਹੋਏਗਾ ਇਨ ਦਾ ਟ੍ਰਾਇਲ, ਬਟ ਕੁਐਸਚਨ ਇਜ਼ ਕਰਨਲ ਸਾਹਿਬ ਦੀ ਸਟੇਟਮੈਂਟ। ਕਰਨਲ ਸਾਹਿਬ ਨੇ ਜਿਹੜਾ DGP ਨੂੰ ਵੀ ਦਿੱਤਾ ਹੈ, ਉਸ ਵਿੱਚ ਵੀ ਇਹ ਐਪਲੀਕੇਸ਼ਨ ਵਿੱਚ ਲਿਖੀ ਹੈ ਪੁਆਇੰਟ। ਦੂਜੀ ਗੱਲ ਦੇਖੋ, ਇਹ ਤੇ ਪੁਲਿਸ ਵਾਲਿਆਂ ਨੇ ਧਮਕਾ ਕੇ ਇਸਨੇ ਢਾਬੇ ਵਾਲੇ ਕੋਲੋਂ ਵੀਡੀਓ ਵੀ ਕਢਵਾ ਲਈ ਸੀ। ਇੱਕ ਉਹ ਜਿਹੜੀ ਵੀਡੀਓ ਆਈ ਸੀ ਉਹ ਵੀ ਕਢਵਾ ਲਈ ਸੀ। ਜਦੋਂ ਢਾਬੇ ਵਾਲੇ ਨੂੰ ਤੇ ਆਈਓ ਨਹੀਂ ਪਤਾ ਸੀਗਾ ਕਿ ਕਰਨਲ ਸਾਹਿਬ ਨੇ ਪਟਕਾ ਬੰਨਿਆ ਹੋਇਆ, ਅਸੀਂ ਨਹੀਂ। ਕਹਿੰਦਾ ਜੀ ਇੱਕ ਬੰਦਾ ਪਟਕੇ 'ਚ ਖੜਾ ਸੀਗਾ, ਕੋਈ ਸਟੇਟਮੈਂਟ ਤੇ ਲਿਖਦਾ ਪਟਕੇ ਤੇ ਖੜਾ ਸੀ, ਕੋਈ ਕਹਿੰਦਾ ਜੀ ਉਹ ਸੀਗਾ। ਸੀ ਦਿਸ ਇਜ਼ ਵਾਟ, ਡਰਾ ਕੇ ਧਮਕਾ ਕੇ। ਜਦੋਂ ਮੈਂ ਇਹ ਵੀਡੀਓ ਬਣਾ ਰਹੀ ਸੀ, ਜਦੋਂ ਢਾਬੇ ਵਾਲੇ ਨੇ ਮੈਨੂੰ ਕਿਹਾ ਜੀ ਹੁਣੇ ਵੀਡੀਓ ਬਣਾ ਲਓ, ਇਹ ਪੁਲਿਸ ਵਾਲੇ ਕੱਲ ਤੱਕ ਇਹਨਾਂ ਨੂੰ DVR ਨੇ, ਉਸ ਲਈ ਮੈਂ ਬਾਈ ਚਾਂਸ ਹੀ ਬੁਲਾ ਕੇ SI ਨੂੰ ਮਾਰਕ ਕਰਾ ਕੇ ਚਿੱਠੀ ਲਿਖਵਾ ਕੇ ਇੱਥੇ ਹੈਂਡਓਵਰ ਕਰ ਦਿੱਤੀ। ਔਰ ਦੇਖੋ ਸਾਹਮਣੇ ਵਾਲੀ ਵੀਡੀਓ ਇੱਕ SHO ਸੀਗੇ ਅੰਮ੍ਰਿਤਵੀਰ, ਉਹਨਾਂ ਨੇ ਰਿਕਾਰਡਿੰਗ ਕੀਤੀ ਹੈ ਮੋਬਾਈਲ 'ਚ, ਮਗਰ ਉਹਨਾਂ ਨੇ DVR ਨਹੀਂ ਚੱਕੀ। ਔਰ ਦੂਜੇ ਦਿਨ ਜਦੋਂ ਉਹਨਾਂ ਨੇ ਬੰਦਾ ਭੇਜਿਆ ਚੱਕਣ ਲਈ ਤੇ ਢਾਬੇ ਵਾਲਾ ਕਹਿੰਦਾ ਤੁਹਾਡੇ ਤੇ ਬਲੇਰੋ ਚਾ ਕੇ CIA ਸਟਾਫ ਲੈ ਗਏ। ਦੇਖੋ ਉਸ DVR ਦਾ ਕਿਸ ਨੂੰ ਫਾਇਦਾ ਸੀ? ਉਹ ਉਹਨਾਂ ਨੂੰ ਜਿਹੜੇ ਅਕਿਊਜ਼ਡ ਹਨ। ਅਸੀਂ ਤੇ ਉਸ DVR ਦੀ ਵੀਡੀਓ ਦਿੱਤੀ ਹੈ ਪੁਲਿਸ ਨੂੰ।
ਉਹ ਡੀਵੀਆਰ ਚੱਕ ਕੇ ਉਹ ਪੁਲਿਸ ਵਾਲੇ, ਕਿਉਂਕਿ ਉਸ ਵਿੱਚ ਕਲੀਅਰਿਟੀ ਨਾਲ ਦਿਖ ਰਿਹਾ ਸੀਗਾ ਕੀ ਹੋ ਰਿਹਾ, ਬਿਲਕੁਲ ਕਲੀਅਰਲੀ ਮੈਂ ਦਿਖ ਰਿਹਾ ਸੀਗਾ। that was the reason ਕਿ they felt ਕਿ ਉਹ ਐਵੀਡੈਂਸ ਗਾਇਬ ਕਰ ਦਿੱਤਾ ਜਾਏ, ਔਰ ਡੈਫੀਨਿਟਲੀ ਐਵੀਡੈਂਸ ਗਾਇਬ ਕੀਤਾ ਤੇ ਉਸ ਦੀ ਸਜ਼ਾ ਵੀ ਭੁਗਤਣ। ਜਿਹੜੇ ਬੰਦੇ ਇਨਵੋਲਵ ਸੀਗੇ, we will fight this case and ਜੀ ਇਹ ਲੜਾਈ ਇੱਥੇ ਨਹੀਂ ਮੁੱਕੇਗੀ। ਓਕੇ, ਆਈ ਵਿਲ ਟੈਲ ਯੂ, ਜਬ ਤੱਕ ਇਹਨਾਂ ਨੂੰ ਸਜ਼ਾ, ਮੈਂ ਇੱਕੋ ਚੀਜ਼, ਇਹਨਾਂ ਨੇ ਮੈਨੂੰ ਥੋੜੇ ਦਿਨ ਪਹਿਲੇ ਕਿਹਾ ਕਿ ਅਸੀਂ ਤੁਹਾਡੇ ਲਈ ਕੀ ਕਰੀਏ ਕਿ ਤੁਸੀਂ ਇਹ ਕੇਸ ਨੂੰ ਭੁੱਲ ਜਾਓਗੇ। ਮੈਂ ਕਿਹਾ ਇਦਾਂ, ਅੱਛਾ, ਇਹਨਾਂ ਨੇ ਅਪਰੋਚ ਕੀਤਾ ਸੀ 10 ਦਿਨ ਪਹਿਲੇ ਦੀ ਗੱਲ ਹੈ, ਤੇ ਕਹਿੰਦਾ ਜੀ ਸਾਨੂੰ ਜਦੋਂ ਪਤਾ ਲੱਗਿਆ ਕਿ ਇਹ ਕਰਨਲ ਹਨ ਤਾਂ ਹੀ ਤੇ ਅਸੀਂ ਇਹਨਾਂ ਨੂੰ ਜਾਨ ਦਿੱਤਾ। ਅੱਛਾ, ਮਤਲਬ ਇਹਨਾਂ ਨੇ ਸਾਡੇ ਉੱਪਰ ਅਹਿਸਾਨ ਕੀਤਾ ਕਿ ਸਾਨੂੰ ਜਾਨ ਦਿੱਤਾ, ਜਿੰਦੇ ਛੱਡਤਾ। ਜੇ ਕੋਈ ਕਰਨਲ ਨਾ ਹੁੰਦਾ ਤੇ ਫਿਰ ਸ਼ਾਇਦ ਉਹਨੂੰ ਮਾਰ, ਫਿਰ ਤਾਂ ਜੋ ਉਹਨਾਂ ਨੇ ਕਿਹਾ ਹੀ ਸੀਗਾ ਨਾ, ਇੱਕ ਵਨ ਆਫ them said ਕਿ ਇੱਕ ਐਨਕਾਊਂਟਰ ਕਰਕੇ ਆਏ ਤੇ ਦੂਜਾ ਕਰ ਰਹੇ ਆ। ਤੇ ਰੋਨੀ ਸਿੰਘ ਕਹਿੰਦਾ ਜਦੋਂ ਉਹਨਾਂ ਨੇ ਕਿਹਾ ਮੈਂ ਰॉ ਦਾ ਅਫਸਰ ਆ, ਤੇ ਉਹਨਾਂ ਨੇ ਕਿਹਾ, ਤੇ ਮੈਂ ਕਿਹਾ ਰॉ ਤੇ ਪਟਿਆਲੇ ਹੈ ਹੀ ਨਹੀਂ, ਦੇਖੋ ਪੜ੍ਹੇ ਲਿਖੇ ਅਨਪੜ੍ਹ, ਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਰॉ ਦੇ ਬੰਦਿਆਂ ਨੂੰ ਆਫਿਸ ਜਾਂ ਪਟਿਆਲੇ ਜਾਂ ਉੱਥੇ ਨਹੀਂ, ਮੈਂ ਕਹਿੰਦਾ ਪਟਿਆਲੇ ਤੇ ਕੋਈ ਰॉ ਨਹੀਂ ਹੈ। ਮਤਲਬ ਕਹਿੰਦੇ ਨਾ ਅਨਪੜ੍ਹ ਗਵਾਰ, ਖਾਲੀ ਜਿਹੜੇ ਕਰੇ ਭਰਤੀ ਪਤਾ ਨਹੀਂ ਕਿੱਦਾਂ ਹੋ ਗਏ, ਉਹ ਵੀ ਸਿਫਾਰਿਸ਼ਾਂ 'ਚ ਹੀ ਹੋਏ ਹੋਣੇ। ਤੇ ਬਟ ਕੁਐਸਚਨ ਇਜ਼ ਸ਼ਰਮ ਜਿਸ ਬੰਦੇ ਨੂੰ ਨਹੀਂ ਹੋਏ, ਜਿਹੜੀ ਯੂਨੀਫਾਰਮ ਤੁਸੀਂ ਪਾਈ ਹੈ, ਅਗਰ ਉਸ ਯੂਨੀਫਾਰਮ ਦੀ ਤੁਸੀਂ ਇੱਜ਼ਤ ਨਹੀਂ ਕਰ ਸਕਦੇ, ਬਿਲਕੁਲ, ਔਰ ਉਸ ਯੂਨੀਫਾਰਮ ਦਾ ਇੱਕ ਜਜ਼ਬਾ, ਇੱਕ ਰੁਤਬਾ ਹੁੰਦਾ ਹੈ, ਉਹ ਰੁਤਬਾ ਨਹੀਂ ਸੰਭਾਲ ਸਕਦੇ। ਬੇਸ਼ੱਕ ਉਹ ਨਾਨਕ ਸਿੰਘ ਕਿਉਂ ਨਾ ਹੋਏ, ਡੀਐਸਪੀ ਸਤਨਾਮ ਕਿਉਂ ਨਾ ਹੋਏ, ਅੰਮ੍ਰਿਤਵੀਰ ਕਿਉਂ ਨਾ ਹੋਏ, ਜਾਂ HR SHOs ਤੇ ਇੱਕ ਕਾਂਸਟੇਬਲ ਕਿਉਂ ਨਾ ਹੋਏ, when they don't deserve to wear this uniform, they should hang their uniform. Exactly. Instead of we telling court punishing them, ਇਹਨਾਂ ਨੂੰ ਆਪਣੇ ਆਪ ਹੀ ਇਹ ਯੂਨੀਫਾਰਮ ਉਤਾਰ ਦੇਣੀ ਚਾਹੀਦੀ ਹੈ। ਮੇਰੇ ਕੋਲ ਜਦੋਂ ਹੁਣੇ ਆਏ ਸੀ, I told them, I said ਮੇਰੇ ਨੂੰ ਉਸ ਦਿਨ ਸੰਤੁਸ਼ਟੀ ਮਿਲੇਗੀ ਕਿਉਂਕਿ ਮੈਨੂੰ ਪ੍ਰੋਬਲਮ ਹੈ ਵੈ। ਕਹਿੰਦੇ ਹੁਣ ਭੁੱਲ ਜਾਓ, ਸਾਲ ਹੋ ਗਿਆ। ਗੱਲ ਇਹ ਕਹਿੰਦੇ ਵੀ ਸਾਲ ਹੋ ਗਿਆ, ਭੁੱਲ ਜਾਓ ਜੀ। ਭੁੱਲਣ ਦੀ ਗੱਲ ਨਹੀਂ ਹੈ, ਗੱਲ ਹੈ ਕਿ ਅੱਜ ਤੁਹਾਨੂੰ ਛੱਡ ਦਿੱਤਾ ਤੇ ਤੁਸੀਂ ਇਹ ਜੇ 10 ਕੇਸ ਹੋਰ ਸਾਲਾਂ 'ਚ ਕਰ ਦੋਗੇ। ਤੁਸੀਂ ਜਨਰਲ ਪਬਲਿਕ ਨੂੰ, ਅੱਜ ਤੁਸੀਂ ਬਚ ਗਏ ਤੇ ਪੰਜਾਬ ਦੀ ਪਬਲਿਕ ਨੂੰ ਤੁਸੀਂ ਮਾਰ ਦੋਗੇ। ਬਿਲਕੁਲ, ਉਸ ਪਬਲਿਕ, ਜਿਹੜੀ ਪਬਲਿਕ ਮੇਰੇ ਲਈ ਖੜੀ ਲਈ ਸੀ, ਅੱਜ ਉਸ ਪਬਲਿਕ ਲਈ ਖੜੇ ਹੋਣਾ ਮੇਰੀ ਜ਼ਿੰਮੇਵਾਰੀ ਹੈ, ਔਰ ਮੈਂ ਖੜੀ ਰਹੂੰਗੀ। ਔਰ ਅੱਜ ਇਹਨਾਂ ਨੂੰ ਸਜ਼ਾ ਦਵਾ ਕੇ ਮੈਂ ਕਿਹਾ ਤੁਸੀਂ ਡਿਜ਼ਰਵ ਨਹੀਂ ਕਰਦੇ ਆ ਯੂਨੀਫਾਰਮ ਪਾਣਾ, ਤੁਸੀਂ ਆਪੇ ਆਪਣੀ ਯੂਨੀਫਾਰਮ ਉਤਾਰ ਦਿਓ, ਮੈਂ ਕੇਸ ਵਾਪਸ ਲੈ ਲੈਂਦੀ ਹਾਂ। ਮੈਨੂੰ ਤੇ ਤੁਹਾਨੂੰ ਡਿਸਮਿਸ, ਕਿਉਂਕਿ ਮੈਂ ਤੁਹਾਨੂੰ ਯੂਨੀਫਾਰਮ ਵਿੱਚ ਨਹੀਂ ਦੇਖਣਾ ਚਾਹੁੰਦੀ। ਕਿਉਂ? ਪੂਰਾ ਪੰਜਾਬ ਨਹੀਂ ਦੇਖਣਾ ਚਾਹੁੰਦਾ। ਤੁਸੀਂ ਦੇਖਿਆ ਹੋਣਾ ਕਮੈਂਟਸ ਤੇ, ਕਹਿੰਦੇ ਇਹਨਾਂ ਦੀ ਯੂਨੀਫਾਰਮ ਉਤਾਰੋ ਕਿਉਂਕਿ ਇਹ ਯੂਨੀਫਾਰਮ ਡਿਜ਼ਰਵ ਨਹੀਂ ਕਰਦੇ। ਬਿਲਕੁਲ, ਜਿਹੜਾ ਬੰਦਾ ਯੂਨੀਫਾਰਮ ਦੀ ਇੱਜ਼ਤ ਨਹੀਂ ਕਰ ਸਕਦਾ, ਬਿਲਕੁਲ ਪਬਲਿਕ ਸਰਵੈਂਟ ਹੋ ਤੁਸੀਂ ਦੇਖੋ ਆਰਮੀ 'ਚ ਕੋਈ ਜਵਾਨ ਗੱਦਾਰ ਹੋਏ ਤੇ ਉਹ ਜਵਾਨ ਨੂੰ ਉੱਥੇ ਹੀ ਕੋਰਟ ਮਾਰਸ਼ਲ ਕਰ ਦਿੱਤਾ ਜਾਂਦਾ ਹੈ। ਤੇ ਪੰਜਾਬ DGP ਦੇ ਇਹ ਜੇ ਬੋਲਦੇ ਨੇ ਭੇੜੀਏ, ਗੈਂਗਸਟਰਸ ਇਨ ਯੂਨੀਫਾਰਮ, ਤੇ ਪੰਜਾਬ DGP ਨੂੰ ਇਹਨਾਂ ਨੂੰ ਉੱਥੇ ਹੀ ਡਿਸਮਿਸ ਕਰ ਦਿੰਦੇ। ਜਦ ਉਹਨਾਂ ਨੇ ਕਿਹਾ ਸੀ ਐਗਜ਼ੈਂਪਲਰੀ ਪਨਿਸ਼ਮੈਂਟ ਦੇਵਾਂਗੇ, ਅਗਰ ਅਦੂ ਹੀ ਦੇ ਦਿੰਦੇ ਤੇ ਸ਼ਾਇਦ ਇਹ ਲੜਾਈ ਇੱਥੇ ਤੱਕ ਨਾ ਪਹੁੰਚਦੀ। ਇਹਨਾਂ ਨੂੰ ਨਾ ਕੇਵਲ ਆਪਣੀ ਯੂਨੀਫਾਰਮ ਦੀ ਕਦਰ ਨਹੀਂ, ਇਹਨਾਂ ਨੂੰ ਦੂਸਰੇ ਦੀ ਯੂਨੀਫਾਰਮ ਦੀ ਵੀ ਕਦਰ ਨਹੀਂ ਨਾ। ਬਿਲਕੁਲ ਜੀ, ਨਾ ਆਪਣੀ, ਦੇਖੋ ਜਿਸ ਬੰਦੇ ਨੂੰ ਕਦਰ ਹੀ ਨਹੀਂ ਹੈ ਨਾ, ਉਸ ਨੂੰ ਵੈਸੇ ਕਿਸੇ ਦੀ ਕਦਰ ਨਹੀਂ ਹੋਏਗੀ। ਉਸਨਾਂ ਨੂੰ ਤੇ ਜਿਹੜੀ ਨੌਕਰੀ ਨਾਲ ਉਹ ਖਾਂਦੇ ਪੀਂਦੇ ਰਹਿੰਦੇ ਹਨ, ਜਿਸ ਦਾ ਅਹੰਕਾਰ ਲੈ ਕੇ ਘੁੰਮ ਰਹੇ ਨੇ, ਤੇ ਉਸ ਯੂਨੀਫਾਰਮ ਦੀ ਇੱਜ਼ਤ ਨਹੀਂ ਕੀਤੀ ਉਹਨਾਂ ਨੇ, ਤੇ ਬਾਕੀ ਕਿਸੇ ਦੀ ਕੀ ਇੱਜ਼ਤ ਕਰਨ। ਹੁਣ ਮੈਨੂੰ ਇਹ ਦੱਸੋ ਕਿ ਤੁਹਾਨੂੰ ਹੁਣ ਲੱਗ ਰਿਹਾ ਕੁਝ ਹੋਪ, ਕੁਝ ਮਿਲਿਆ ਕਿ ਇਨਸਾਫ ਫਾਈਨਲੀ ਮਿਲੇਗਾ? ਜਿਹੜੀ CBI ਦੀ ਇਨਕੁਆਇਰੀ ਕਾਫੀ ਜਿੱਦੋ-ਜਹਿਦ ਬਾਅਦ ਜਿਹੜੀ ਮਿਲੀ ਆ, ਕਿਤੇ ਨਾ ਕਿਤੇ ਇਜ਼ ਇਟ ਹੈਡਿੰਗ ਦ ਰਾਈਟ ਵੇ? ਜੀ ਤੁਹਾਨੂੰ ਦੇਖੇ ਹੋਣਾ ਤੁਸੀਂ, CRM ਤੇ ਇਹਨਾਂ ਦੇ ਪਾਸਪੋਰਟਸ ਲੈ ਲਿੱਤੇ ਨੇ। ਦੂਜਾ ਇਹਨਾਂ ਨੇ ਕਿਹਾ ਸਾਨੂੰ ਕੋਈ ਡਿਪਾਰਟਮੈਂਟਲ ਸਜ਼ਾ ਨਹੀਂ ਮਿਲੀ। ਹਾਂ, ਇਹਨਾਂ ਨੇ ਉੱਥੇ ਕਿਹਾ, ਇਹਨਾਂ ਨੇ ਕਿਹਾ ਡਿਪਾਰਟਮੈਂਟਲ, ਸਾਨੂੰ ਪਤਾ ਹੀ ਨਹੀਂ ਹੈ ਕਿ ਸਾਨੂੰ ਕੋਈ ਡਿਪਾਰਟਮੈਂਟਲ ਸਜ਼ਾ ਮਿਲੀ ਹੈ ਜੀ। ਇਹ CBI ਤੇ ਡਿਪਾਰਟਮੈਂਟਲ ਸਜ਼ਾ ਦੀ ਇਹਨਾਂ ਨੂੰ 3-3 ਸਾਲ ਦੀ CBI ਦੀ ਚਲਾਨ ਵਿੱਚ ਭਰੀ ਹੋਈ ਹੈ। ਅੱਛਾ, ਉਹਦੇ 'ਚ ਇਹ ਭਰਿਆ, ਪਰ ਉੱਥੇ ਕੋਰਟ 'ਚ ਇਹ ਕਹਿ ਰਹੇ, ਕੋਰਟ 'ਚ ਕਹਿ ਰਹੇ ਕਿ ਸਾਨੂੰ ਤੇ ਪਤਾ ਹੀ ਨਹੀਂ ਹੈ। ਮਤਲਬ ਇਹਨਾਂ ਨੇ ਨਹੀਂ ਭਰਿਆ, CBI ਦੀ ਰਿਪੋਰਟ ਤੇ ਇਹਨਾਂ ਦੀ ਜਿਹੜੀ ਡਿਪਾਰਟਮੈਂਟਲ ਇਨਕੁਆਇਰੀ ਦੀ ਉਹਨਾਂ ਨੇ ਮੰਗੀ ਹੋਣੀ ਕਾਪੀ, ਉਹ ਲਗਾਈ ਹੋਈ ਹੈ, ਮਗਰ ਇਹਨਾਂ ਨੂੰ ਨਹੀਂ ਪਤਾ ਜੀ ਇਹ ਡਿਊਟੀ ਜੁਆਇਨ ਕਰ ਚੁੱਕੇ ਨੇ। ਤੁਸੀਂ ਇਹ ਦੇਖੋ, ਅਜੇ ਮੈਂ ਇੱਕ ਹੋਰ RTI ਪਾਈ ਹੋਈ ਹੈ, ਜਦੋਂ ਤੁਹਾਨੂੰ ਯਾਦ ਹੋਣਾ 5 ਮਹੀਨੇ ਭੱਜੇ ਹੋਏ ਸੀਗੇ। ਦੇਖੋ ਪੰਜਾਬ ਦੇ 5 ਪੁਲਿਸ ਅਧਿਕਾਰੀ ਭੱਜੇ ਹੋਏ ਨੇ, ਪੰਜਾਬ ਪੁਲਿਸ ਨੇ ਕੋਈ ਐਕਸ਼ਨ ਤੇ ਲਿੱਤਾ ਹੋਣਾ 5 ਮਹੀਨੇ? ਬਿਲਕੁਲ। ਹੋਰ ਅਗਰ ਨਹੀਂ ਲਿੱਤਾ ਤੇ ਕਿਉਂ ਇਹ ਘਰ ਦੇ ਜਵਾਈ ਸੀਗੇ ਜੋ ਇਹਨਾਂ ਦੇ ਐਕਸ਼ਨ ਨਹੀਂ ਲਿੱਤਾ ਗਿਆ? ਬਿਲਕੁਲ, ਇਹਨਾਂ ਨੂੰ ਖਾਲੀ ਮਤਲਬ ਫੀਡ ਕਰਨ ਲਈ, ਸਪੂਨ ਫੀਡ ਕਰਨ ਲਈ ਘਰ ਰੱਖਿਆ ਹੋਇਆ ਸੀ। ਐਗਜ਼ੈਕਟਲੀ, ਮਤਲਬ ਇਹਨਾਂ ਨੂੰ ਖਾਲੀ ਇਹ ਸਪੈਸ਼ਲ ਟ੍ਰੀਟਮੈਂਟ ਹੈ 5 ਬੰਦਿਆਂ ਨੂੰ ਕਿਉਂ ਮਿਲ ਰਿਹਾ? ਆਈ ਹੈਵ ਗਿਵਨ ਅ ਐਪਲੀਕੇਸ਼ਨ ਟੂ DGP ਪੰਜਾਬ that 5 ਮੰਥਸ ਜਿਹੜੇ ਆ ਭਗੋੜੇ ਸੀਗੇ, ਅੱਛਾ, ਅਦੂ ਇਹਨਾਂ ਨੂੰ ਕੀ ਸਜ਼ਾ ਮਿਲੀ ਹੈ ਉਸ ਦਾ ਮੈਨੂੰ
ਇਨਫੋਰਮੇਸ਼ਨ। ਔਰ ਇਹ ਕਿੱਥੇ ਰਿਪੋਰਟ ਕਰ ਰਹੇ ਸੀ, ਕਿੱਥੇ ਕਿੱਥੇ ਰਿਪੋਰਟ, ਉਹ ਵੀ ਅਸੀਂ ਮੰਗੀ ਹੈ ਕਿ ਕਿੱਥੇ ਸੀਗੇ, ਕਿੱਥੇ ਰਿਪੋਰਟ ਕੀਤੀ। ਜਿਹੜੀ ਇਹਨਾਂ ਨੇ ਡਿਊਟੀ ਜੁਆਇਨ ਨਹੀਂ ਕੀਤੀ, ਜਦੋਂ ਦੀ ਇਹਨਾਂ ਨੇ ਡਿਊਟੀ ਜੁਆਇਨ ਨਹੀਂ ਕੀਤੀ, ਕਿਉਂਕਿ ਜਦੋਂ ਪੰਜਾਬ, ਤੁਹਾਨੂੰ ਯਾਦ ਹੋਣਾ ਯੂਟੀ ਨੇ ਕਿਹਾ ਲਾਸਟ ਡੇ ਵੀ ਯੂਟੀ ਨੇ ਕਿਹਾ ਦੇ ਆਰ ਸਟਿਲ ਨਾਟ ਟ੍ਰੇਸੇਬਲ। ਓਕੇ। ਤੇ ਜਦੋਂ ਇਹ ਟ੍ਰੇਸੇਬਲ ਨਹੀਂ ਸੀ, ਡਿਊਟੀ ਜੁਆਇਨ ਨਹੀਂ ਕੀਤੀ ਹੋਈ ਸੀਗੀ, ਤੇ ਫਿਰ ਪੰਜਾਬ ਪੁਲਿਸ ਨੇ ਇਹਨਾਂ ਦੇ ਅਗੇਂਸਟ ਕੋਈ ਤੇ ਐਕਸ਼ਨ ਲਿਆ ਹੋਣਾ, ਜਾਂ ਫਿਰ ਇਹ ਘਰ ਦੇ ਜਵਾਈ ਸੀ, ਇਹਨਾਂ ਨੂੰ ਖਾਲੀ ਮਠਾਈਆਂ ਤੇ ਨਹੀਂ ਖਿਲਾਈਆਂ। ਬਿਲਕੁਲ ਬਿਲਕੁਲ ਬਿਲਕੁਲ। ਸੋ ਮੈਮ ਮੈਨੂੰ ਲੱਗਦਾ ਕਿ ਸ਼ਾਇਦ ਕਿਤੇ ਨਾ ਕਿਤੇ ਰੇ ਆਫ ਹੋਪ ਬਣੀ ਆ। ਫਾਈਨਲ ਤੁਸੀਂ ਕੁਝ ਆਪਣੇ ਵੱਲੋਂ ਕੁਝ ਐਡ ਕਰਨਾ ਚਾਹੋਗੇ? ਜੋ ਮੈਂ ਇੱਕੋ ਚੀਜ਼ ਕਹਿਣਾ ਚਾਹੂੰਗੀ ਪੰਜਾਬ ਦੇ ਹਰ ਇੱਕ ਘਰ, ਹਰ ਇੱਕ ਮਾਂ ਧੀ ਨੂੰ, ਇਹ ਸਾਰੀ ਲੜਾਈਆਂ ਬਹੁਤ ਲੰਬੀ ਚੱਲਣੀਆਂ, ਕਿਉਂਕਿ ਅਗਰ ਅਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਾਂ ਤੇ ਮਾਵਾਂ ਨੂੰ ਤੇ ਧੀਆਂ ਨੂੰ ਖੜੇ ਹੋ ਕੇ ਕੰਧੇ ਦੇ ਨਾਲ ਕੰਧਾ, ਇੱਥੇ ਆਪਾਂ ਇਹ ਭੁੱਲ ਜਾਈਏ ਕਿ ਇਹ ਆਦਮੀ ਤੇ ਇਹ ਔਰਤ ਹੈ। ਬਿਲਕੁਲ। ਆਪਾਂ ਪੰਜਾਬ ਦੇ ਵਾਸੀ ਹਾਂ, ਪਹਿਲੇ ਸਾਰੇ ਪੰਜਾਬ ਦੇ ਵਾਸੀ ਇੱਕ ਆਵਾਜ਼ ਬਣੀਏ, ਇੱਕ ਆਵਾਮ ਬਣੀਏ। ਜਦੋਂ ਸਾਡੀ ਆਵਾਜ਼ ਇਕੱਠੇ ਹੋਏਗੀ ਤਾਂ ਇਹ ਜਿਹੜੇ ਯੂਨੀਫਾਰਮ ਵਿੱਚ ਭੇੜੀਏ ਜਾਂ ਜਿਹੜੇ ਕਿਆ ਬੋਲਦੇ ਨੇ ਸਰਕਾਰ ਵਿੱਚ ਹੈਗੇ ਨੇ, ਜੋ ਵੀ ਹੈਗੇ ਨੇ, ਉਹਨਾਂ ਨੂੰ ਕੱਢਣ ਦਾ ਇਹੋ ਤਰੀਕਾ ਹੈ ਕਿ ਆਵਾਮ ਨੂੰ ਇੱਕ ਆਵਾਜ਼ ਬਣਨ ਦੀ ਲੋੜ ਹੈ। We don't have to join politics to fight for the right cause. We don't have to become politicians to fight. ਜੀ। We have to be social activists. Everybody should feel ਹੈ ਮੇਰਾ ਪੰਜਾਬ ਹੈ, ਮੈਂ ਆਪਣੇ ਪੰਜਾਬ ਲਈ ਲੜੂੰਗੀ, ਆਪਣੇ ਬੱਚਿਆਂ ਲਈ ਲੜੂੰਗੀ। ਮੇਰੇ ਬੱਚੇ ਕਹਿੰਦੇ ਸਾਰਿਆਂ ਦੇ ਸਾਂਝੇ ਹੁੰਦੇ ਨੇ, ਉਹ ਸਾਰੇ ਪੰਜਾਬ ਦੇ ਬੱਚੇ ਵੀ ਮੇਰੇ ਬੱਚੇ ਨੇ, ਜਿਨ੍ਹਾਂ ਦੀ ਮਾਵਾਂ ਲੜ ਨਹੀਂ ਪਾਈਆਂ, ਉਹਨਾਂ ਮਾਵਾਂ ਲਈ ਮੈਂ ਲੜੂੰਗੀ। ਇੱਕ ਚੰਗਾ ਨਾਗਰਿਕ ਬਣ ਕੇ ਵੀ ਲੜਾਈ ਲੜੀ ਜਾ ਸਕਦੀ। ਬਿਲਕੁਲ ਜੀ। ਤੁਹਾਡੇ ਤੇ ਕਾਫੀ ਸਪੈਕੂਲੇਸ਼ਨਸ ਹੋਣ ਲੱਗ ਗਈ ਸੀ ਕਿ ਸ਼ਾਇਦ ਪੋਲਿਟਿਕਸ ਚ ਆ ਜਾਣਗੇ ਜਾਂ ਸਮਥਿੰਗ ਆਫ ਤੁਸੀਂ ਦੇਖ ਹੀ ਲਿਆ ਯਾਰਾ, ਮੈਨੇਜ ਕਿੰਨੀ ਕਿ ਮੈਂ ਪੋਲੀਟੀਸ਼ੀਅਨਸ ਬਣੀ ਜਾਂ ਕਿੱਥੇ। ਹਾਂ, ਜਿੱਥੇ ਕਿਸੇ ਨੂੰ ਮਦਦ ਦੀ ਲੋੜ ਹੈ ਉੱਥੇ ਮੈਂ ਜਾ ਕੇ ਉਹਨਾਂ ਦੀ ਮਦਦ ਕਰਦੀ ਹਾਂ, ਹੋਰ ਉਹ ਮੈਂ ਕਰੂੰਗੀ। ਉਹ ਮੇਰਾ ਫਰਜ਼ ਹੈ ਪੰਜਾਬ ਲਈ। ਜਿਸ ਧਰਤੀ ਦਾ ਮੈਂ ਪਾਣੀ ਪੀਂਦੀ ਹਾਂ, ਜਿੱਥੇ ਮੈਂ ਰਹਿੰਦੀ ਹਾਂ, ਉਸ ਧਰਤੀ ਤੇ ਕੋਈ ਮੇਰਾ ਵੀ ਦੇਣ ਹੋਣਾ ਚਾਹੀਦਾ। ਉਹ ਦੇਣ ਮੇਰਾ ਹੈ ਕਿ ਜਿੱਥੇ ਕੁਝ ਗਲਤ ਹੋ ਰਿਹਾ ਉੱਥੇ ਮੈਂ ਆਵਾਜ਼ ਚੱਕ ਬਣਾਂਗੀ, ਆਵਾਮ ਦੀ ਆਵਾਜ਼ ਬਣ ਕੇ ਖੜੀ ਹਾਂ। ਜਿਸ ਤਰ੍ਹਾਂ ਕਿ ਮੈਂ ਦੱਸ ਹੀ ਰਿਹਾ ਸੀ, ਜਸਵਿੰਦਰ ਕੌਰ ਬਾਠ ਆਪਣੀ ਪੂਰੀ ਗੱਲ ਰੱਖ ਰਹੇ ਸੀ, ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਪਤਨੀ। ਤੁਹਾਡਾ ਫੇਰ ਇੱਕ ਵਾਰੀ ਬਹੁਤ ਬਹੁਤ ਧੰਨਵਾਦ। ਥੈਂਕ ਯੂ।